ਸ਼ਲੋਕ ਮਹਿਲਾ ਤੀਜਾ। ਬ੍ਰਹਮ ਬਿੰਦੈ ਤਿਸਤਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਹਮ ਬਿੰਦੈ, ਬਿੰਦੈ ਦਾ ਮਤਲਬ ਜੋ ਜਾਣਦਾ ਹੈ। ਬ੍ਰਹਮ ਦਾ ਮਤਲਬ ਅਕਾਲ ਪੁਰਖ ਪ੍ਰਭੂ। ਬਿੰਦੈ ਦਾ ਮਤਲਬ ਜਾਣਨਾ। ਬ੍ਰਹਮਤ ਦਾ ਮਤਲਬ ਬ੍ਰਹਮਪੁਣਾ, ਜੋ ਰੱਬ ਨੂੰ ਜਾਣਦਾ ਹੈ। ਜਾਣਨ ਦਾ ਮਤਲਬ ਕਿ ਜਿਹੜਾ ਸਾਂਝ ਪਾਉਂਦਾ ਹੈ। ਏਕ ਸ਼ਬਦ ਲਿਵ ਲਾਏ ਦਾ ਮਤਲਬ ਇੱਕ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਵਿੱਚ ਲਗਨ ਲਗਾਉਂਦਾ ਹੈ। ਤਾਂ ਜੋ ਮਨੁੱਖ ਗੁਰੂ ਸ਼ਬਦ ਦੇ ਅੰਦਰ ਆਪਣੀ ਲਿਵ ਲਾਉਂਦਾ ਹੈ ਔਰ ਇੱਕ ਬ੍ਰਹਮ ਨੂੰ ਪਛਾਣਦਾ ਹੈ, ਬ੍ਰਹਮ ਦੇ ਨਾਲ ਜਾਣ ਪਹਿਚਾਣ ਪਾਉਂਦਾ ਹੈ, ਭਾਵ ਉਹਦੇ ਰੱਬ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ। ਤਿਸ ਦਾ ਬ੍ਰਹਮਤ ਰਹੇ, ਉਸ ਦਾ ਬ੍ਰਹਮਣ ਪੁਣਾ ਬਣਿਆ ਰਹਿੰਦਾ ਹੈ। ਬ੍ਰਹਮਤ ਦਾ ਮਤਲਬ ਬ੍ਰਾਹਮਣ ਪੁਣਾ, ਮਤਲਬ ਉਹ ਉੱਚਾ ਔਰ ਸੁੱਚਾ ਹੈ, ਉਹ ਅਸਲੀ ਬ੍ਰਾਹਮਣ ਹੈ, ਉਹ ਅਸਲੀ ਪਵਿੱਤਰ ਹੈ ਔਰ ਉਸ ਦੀ ਪਵਿੱਤਰਤਾ ਬਣੀ ਰਹਿੰਦੀ ਹੈ। ਬ੍ਰਾਹਮਣ ਪੁਣਾ ਦਾ ਮਤਲਬ ਉਸ ਦੀ ਪਵਿੱਤਰਤਾ ਬਣੀ ਰਹਿੰਦੀ ਹੈ। ਕਿਹਦੀ? ਜੋ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਇੱਕ ਪ੍ਰਭੂ ਦੇ ਨਾਲ ਆਪਣੀ ਜਾਣ ਪਹਿਚਾਣ ਬਣਾਉਂਦਾ ਹੈ, ਸਾਂਝ ਪਾਉਂਦਾ ਹੈ। ਗੁਰੂ ਗਿਆਨ ਮੁਤਾਬਕ ਰੱਬੀ ਗੁਣਾਂ ਦਾ ਜੋ ਧਾਰਨੀ ਹੁੰਦਾ ਹੈ, ਉਹਦੀ ਜੋ ਪਵਿੱਤਰਤਾ ਹੈ, ਬ੍ਰਾਹਮਣ ਪੁਣਾ ਹੈ, ਬਣਿਆ ਰਹਿੰਦਾ ਹੈ। ਤਾਂ ਇਸ ਪਾਵਨ ਪੰਕਤੀ ਚੋਂ ਸਾਨੂੰ ਜੀਵਨ ਵਾਸਤੇ ਇਹ ਸੇਧ ਮਿਲ ਰਹੀ ਹੈ ਕਿ ਅਸੀਂ ਗੁਰੂ ਗਿਆਨ ਦੇ ਧਾਰਨੀ ਹੋ ਕੇ ਰੱਬੀ ਗੁਣਾਂ ਦੇ ਨਾਲ ਆਪਣੇ ਜੀਵਨ ਦੀ ਸਾਂਝ ਪਾਣੀ ਹੈ। ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ, ਮਨ, ਬਚਨ ਔਰ ਕਰਮ ਕਰਕੇ। ਤੇ ਜਿਹੜਾ ਵੀ ਇਨਸਾਨ ਗੁਰੂ ਦੇ ਸ਼ਬਦ ਰਾਹੀਂ, ਗੁਰੂ ਗਿਆਨ ਰਾਹੀਂ ਰੱਬੀ ਗੁਣਾਂ ਦੇ ਨਾਲ ਸਾਂਝ ਪਾਏਗਾ, ਰੱਬੀ ਗੁਣਾਂ ਦਾ ਜੋ ਧਾਰਨੀ ਹੋਏਗਾ, ਉਸ ਦੇ ਜੀਵਨ ਦਾ ਰਿਜ਼ਲਟ ਕੀ ਨਿਕਲੇਗਾ, ਉਹਦੀ ਪ੍ਰਾਪਤੀ ਕੀ ਹੋਏਗੀ। ਤਾਂ ਗੁਰੂ ਜੀ ਦੱਸ ਰਹੇ ਨੇ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜੋ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਹਿਰਦੇ ਦਾ ਮਤਲਬ ਮਾਨਸਿਕਤਾ, ਸੋਚ, ਤੇ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਮਤਲਬ ਰੱਬੀ ਗੁਣਾਂ ਨੂੰ ਜੋ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਰੱਬੀ ਹੁਕਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ, ਜਿਹਦੀ ਸੋਚ ਰੱਬ ਵਰਗੀ ਹੋ ਜਾਂਦੀ। ਸੋਚ ਦੇ ਅੰਦਰ ਰੱਬ ਵਸ ਗਿਆ, ਸੋਚ ਦੇ ਅੰਦਰ ਰੱਬੀ ਗੁਣ ਵਸ ਗਏ, ਤਾਂ ਉਹ ਇਨਸਾਨ ਰੱਬ ਵਰਗਾ ਹੀ ਹੋ ਜਾਏਗਾ। ਤਾਂ ਜੋ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲੈਂਦਾ ਹੈ, 9 ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਨੇ, ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਹੁਣ ਇੱਥੇ 9 ਨਿਧੀਆਂ 18 ਸਿੱਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਦਾ ਭਾਵ ਇਹ ਹੈਗਾ ਕਿ 9 ਨਿਧੀਆਂ 18 ਸਿੱਧੀਆਂ ਤੋਂ ਬੰਦਾ ਬਹੁਤ ਅੱਗੇ ਲੰਘ ਜਾਂਦਾ ਹੈ। 9 ਨਿਧੀਆਂ 18 ਸਿੱਧੀਆਂ ਦੀ ਉਹਦੇ ਪਿੱਛੇ ਕੋਈ ਵੈਲਿਊ ਉਹਦੇ ਸਾਹਮਣੇ ਨਹੀਂ ਰਹਿ ਜਾਂਦੀ, ਔਰ 9 ਨਿਧੀਆਂ 18 ਸਿੱਧੀਆਂ ਨੂੰ ਉਹ ਹੇਚ ਜਾਣਦਾ ਹੈ, ਭਾਵ ਕਿ ਉਹ 9 ਨਿਧੀਆਂ 18 ਸਿੱਧੀਆਂ ਇਹਨਾਂ ਵਿਚਾਰਾਂ ਤੋਂ ਉੱਤੇ ਉੱਠ ਜਾਂਦਾ ਹੈ ਔਰ ਇਹ ਰਿਧੀਆਂ ਸਿੱਧੀਆਂ ਉਹਦੇ ਪਿੱਛੇ ਪਿੱਛੇ ਮਾਨੋ ਤੁਰੀਆਂ ਫਿਰਦੀਆਂ ਨੇ। ਯਾਨੀ ਉਹ ਇਨਸਾਨ ਇੰਨਾ ਮਹਾਨ ਹੋ ਜਾਂਦਾ ਹੈ, ਉਹਨੂੰ 9 ਨਿਧੀਆਂ 18 ਸਿੱਧੀਆਂ ਆਦਿਕ ਦੀ ਜ਼ਰੂਰਤ ਹੀ ਨਹੀਂ ਰਹਿੰਦੀ, ਔਰ 9 ਨਿਧੀਆਂ 18 ਸਿੱਧੀਆਂ ਸਾਰਾ ਕੁਝ ਰੱਬੀ ਗੁਣਾਂ ਦੇ ਵਿੱਚ ਹੀ ਆ ਜਾਂਦਾ ਹੈ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਤੋਂ ਬਿਨਾ, ਨਾਉ ਦਾ ਮਤਲਬ ਰੱਬੀ ਹੁਕਮ, ਰੱਬੀ ਸਿਫਤ ਸਲਾਹ, ਰੱਬੀ ਗੁਣ, ਨਾ ਪਾਈਏ ਦਾ ਮਤਲਬ ਨਹੀਂ ਪਾਏ ਜਾਂਦੇ। ਬੁੱਝੋ ਕਰ ਵਿਚਾਰ, ਬੁੱਝੋ ਦਾ ਮਤਲਬ ਸਮਝੋ, ਵਿਚਾਰ ਕਰਕੇ ਸਮਝੋ, ਇਸ ਚੀਜ਼ ਨੂੰ ਜਾਣੋ, ਵਿਚਾਰ ਕਰਕੇ ਸਮਝੋ, ਜਾਣਨ ਦਾ ਯਤਨ ਕਰੋ ਕਿ ਸਤਿਗੁਰ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਤੋਂ ਬਿਨਾ ਸਾਨੂੰ ਰੱਬੀ ਹੁਕਮ ਦੀ ਸਮਝ ਨਹੀਂ ਪੈਂਦੀ, ਰੱਬੀ ਗੁਣਾਂ ਦੀ ਸਮਝ ਨਹੀਂ ਪੈਂਦੀ, ਰੱਬੀ ਗੁਣਾਂ ਦੇ ਨਾਲ ਸਾਂਝ ਨਹੀਂ ਬਣਦੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ। ਔਰ ਇਹ ਗੱਲ ਸਮਝਣ ਵਾਲੀ ਹੈ ਕਿ ਜੇ ਅਸੀਂ ਗਿਆਨ ਦੀ ਵਰਤੋਂ ਨਾ ਕਰੀਏ, ਸਹੀ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜ਼ਿੰਦਗੀ ਨਾ ਜੀਵੀਏ, ਤਾਂ ਜੀਵਨ ਦੀ ਸਮਝ ਹੀ ਨਹੀਂ ਨਾ ਆਏਗੀ, ਔਰ ਬੇਸਮਝੀ ਦੇ ਨਾਲ ਜੀਵਿਆ ਹੋਇਆ ਜੀਵਨ ਦੁਖਦਾਈ ਹੋਏਗਾ। ਇਸ ਲਈ ਇੱਥੋਂ ਸਾਨੂੰ ਜੀਵਨ ਦੀ ਸੇਧ ਮਿਲ ਰਹੀ ਹੈ ਕਿ ਅਸੀਂ ਗੁਰੂ ਗਿਆਨ ਰਾਹੀਂ ਆਪਣੀ ਜ਼ਿੰਦਗੀ ਜੀਣੀ ਹੈ ਔਰ ਗਿਆਨ ਦੀ ਸੁਚੱਜੀ ਵਰਤੋਂ ਕਰਨੀ ਹੈ, ਕਿਉਂਕਿ ਗੁਰੂ ਗਿਆਨ ਤੋਂ ਬਿਨਾ ਸਾਨੂੰ ਰੱਬੀ ਹੁਕਮ, ਰੱਬੀ ਗੁਣਾਂ ਦੀ ਸੂਝ ਔਰ ਸਮਝ ਨਹੀਂ ਆਉਂਦੀ। ਨਾਨਕ ਪੂਰੇ ਭਾਗ ਸਤਿਗੁਰ ਮਿਲੇ,
ਸੁਖ ਪਾਏ ਜੁਗ ਚਾਰ। ਪੂਰੇ ਭਾਗ ਦਾ ਮਤਲਬ ਪੂਰੇ ਭਾਗਾਂ ਨਾਲ। ਸਤਿਗੁਰੂ ਮਿਲੇ ਦਾ ਮਤਲਬ ਸਤਿਗੁਰੂ ਮਿਲਦਾ ਹੈ। ਸੁਖ ਪਾਏ ਦਾ ਮਤਲਬ ਉਹ ਬੰਦਾ ਸੁਖ ਪਾਉਂਦਾ ਹੈ। ਜੁਗ ਚਾਰ ਦਾ ਮਤਲਬ ਚਾਰੇ ਯੁਗ। ਚਾਰ ਯੁਗ ਦਾ ਮਤਲਬ ਇੱਥੇ ਹੈ ਹਰ ਸਮੇਂ। ਸਮਾਂ ਕੋਈ ਵੀ ਹੋਵੇ, ਹਰ ਸਮੇਂ ਉਹ ਇਨਸਾਨ ਸੁਖੀ ਔਰ ਸ਼ਾਂਤ ਰਹਿੰਦਾ ਹੈ ਜਿਹਨੂੰ ਪੂਰੇ ਭਾਗਾਂ ਨਾਲ ਸਤਿਗੁਰੂ ਮਿਲ ਪੈਂਦਾ ਹੈ। ਨਾਨਕ ਪੂਰੇ ਭਾਗ ਸਤਿਗੁਰੂ ਮਿਲੇ ਸੁਖ ਪਾਏ ਜੁਗ ਚਾਰ। ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਹਰ ਸਮੇਂ ਹੀ ਸੁਖ ਪਾਉਂਦਾ ਹੈ। ਯਾਨੀ ਸੁੱਖਾਂ ਦਾ ਸਾਧਨ ਕੀ ਹੈ? ਗੁਰੂ। ਜੇ ਗੁਰੂ ਦਾ ਗਿਆਨ ਸਾਡੀ ਜ਼ਿੰਦਗੀ ਦਾ ਬੇਸ ਹੈ, ਉਹ ਇਨਸਾਨ ਹਮੇਸ਼ਾ ਹੀ ਸੁਖ ਪਾਏਗਾ। ਤੇ ਗੁਰੂ ਕਿਵੇਂ ਮਿਲੇਗਾ? ਪੂਰੇ ਭਾਗਾਂ ਨਾਲ। ਇੱਥੇ ਭਾਗਾਂ ਦਾ ਮਤਲਬ ਪੂਰੇ ਉਦਮ ਦੇ ਨਾਲ। ਜੇ ਉਦਮ ਕਰੋਗੇ ਤੇ ਗੁਰੂ ਨੂੰ ਮਿਲ ਪਾਓਗੇ, ਤੇ ਜੇ ਕੋਈ ਮਿਲਣ ਦਾ ਉਦਮ ਹੀ ਨਾ ਕਰੇ ਤਾਂ ਗੁਰੂ ਦਾ ਮਿਲਾਪ ਨਹੀਂ ਹੋਏਗਾ ਨਾ। ਜੇ ਹੁਣ ਅਸੀਂ ਕਿਸਮਤ ਦੇ ਸਹਾਰੇ ਬੈਠੇ ਰਹੀਏ ਕਿ ਕਿਸਮਤ ਵਿੱਚ ਲਿਖਿਆ ਹੋਏਗਾ ਤਾਂ ਗੁਰੂ ਮਿਲੇਗਾ, ਫਿਰ ਤਾਂ ਕਦੇ ਵੀ ਨਹੀਂ ਮਿਲਣਾ। ਉਦਮ ਕਰਨ ਦੀ ਲੋੜ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਹੁਣ, ਧਿਆਏਂਦਿਆਂ ਤੂੰ ਪ੍ਰਭੂ ਮਿਲ। ਜਿਹੜਾ ਗੁਰੂ ਨੂੰ ਮਿਲੇਗਾ ਉਹਦੇ ਭਾਗ ਵੱਡੇ ਹੋ ਜਾਣਗੇ, ਉਹ ਖੁਸ਼ਕਿਸਮਤ ਹੋ ਜਾਏਗਾ। ਇਸ ਲਈ ਇਸ ਪਾਵਨ ਪੰਕਤੀ ਤੋਂ ਸਾਨੂੰ ਜੀਵਨ ਵਾਸਤੇ ਜੋ ਸੇਧ ਮਿਲ ਰਹੀ ਹੈ ਉਹ ਇਹ ਹੈ ਕਿ ਗੁਰੂ ਦੇ ਗਿਆਨ ਰਾਹੀਂ ਜੋ ਜ਼ਿੰਦਗੀ ਜੀਵੇਗਾ, ਗੁਰੂ ਦੀ ਸ਼ਰਨ ਵਿੱਚ ਜੀਵਨ ਬਿਤਾਏਗਾ, ਉਹ ਹਰ ਸਮੇਂ ਸੁਖੀ ਔਰ ਸ਼ਾਂਤ ਰਹੇਗਾ। ਮਹਿਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੱਭਰੂ ਦਾ ਮਤਲਬ ਜਵਾਨ, ਬਿਰਧ ਦਾ ਮਤਲਬ ਬੁੱਢਾ, ਮਨਮੁਖ ਦਾ ਮਤਲਬ ਆਪ ਖੁਦਰਾ ਮਨੁੱਖ। ਜੋ ਆਪ ਖੁਦਰਾ ਮਨੁੱਖ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਰੱਬੀ ਹੁਕਮ ਵਿੱਚ ਜੋ ਜੀਵਨ ਨਹੀਂ ਗੁਜ਼ਾਰਦਾ, ਜੋ ਹਰ ਥਾਂ ਤੇ ਹਰ ਨੇਮ ਨੂੰ ਤੋੜਦਾ ਹੈ, ਆਪ ਖੁਦਰਾ ਹੈ। ਉਹ ਚਾਹੇ ਜਵਾਨ ਹੋਵੇ ਚਾਹੇ ਬੁੱਢਾ ਹੋਵੇ, ਉਹਦੀ ਕਦੇ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ। ਚਾਹੇ ਉਹ ਜਵਾਨ ਹੈ ਜਾਂ ਬੁੱਢਾ ਹੈ, ਉਮਰ ਕਰਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਜਵਾਨ ਹੈ ਜਾਂ ਕੋਈ ਬੁੱਢਾ ਹੈ। ਜੇ ਆਪ ਖੁਦਰਾ ਹੈ, ਰੱਬੀ ਰਜ਼ਾ ਮੁਤਾਬਕ ਜੋ ਜ਼ਿੰਦਗੀ ਨਹੀਂ ਜੀਂਦਾ, ਜੋ ਗੁਰੂ ਗਿਆਨ ਮੁਤਾਬਕ ਜੀਵਨ ਨਹੀਂ ਜੀ ਰਿਹਾ, ਚਾਹੇ ਉਹ ਬੁੱਢਾ ਹੈ ਚਾਹੇ ਉਹ ਜਵਾਨ ਹੈ, ਉਹਦੀ ਤ੍ਰਿਸ਼ਨਾ ਕਦੇ ਵੀ ਨਹੀਂ ਮਿਟਦੀ, ਉਹਦੀ ਵਿਕਾਰਾਂ ਦੀ ਭੁੱਖ ਕਦੇ ਵੀ ਨਹੀਂ ਮਿਟਦੀ। ਔਰ ਹਕੀਕਤ ਹੈ, ਜਦੋਂ ਅਸੀਂ ਇਸ ਸੰਸਾਰ ਵੱਲ ਦੇਖਦੇ ਹਾਂ, ਚਾਹੇ ਕੋਈ ਜਵਾਨ ਹੈ ਚਾਹੇ ਕੋਈ ਬੁੱਢਾ ਹੈ, ਕਿੰਨੇ ਕੁ ਲੋਕ ਨੇ ਜੋ ਵਿਕਾਰਾਂ ਤੋਂ ਹਟ ਗਏ ਨੇ, ਝੂਠ ਬੋਲਣ ਤੋਂ ਹਟ ਗਏ ਹੋਣ, ਨਿੰਦਾ ਕਰਨ ਤੋਂ ਹਟ ਗਏ ਹੋਣ, ਚੁਗਲੀਆਂ ਕਰਨ ਤੋਂ ਹਟ ਗਏ ਹੋਣ। ਇਹ ਛੋਟੀਆਂ ਗੱਲਾਂ ਨੇ। ਠੱਗੀਆਂ ਮਾਰਨ ਤੋਂ ਹਟ ਗਏ ਹੋਣ, ਕਿਤੇ ਹਟੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਚੋਰ ਠੱਗ ਹੈ ਜਾਂ ਸਾਰੇ ਜਵਾਨ ਬੁੱਢੇ ਚੋਰ ਠੱਗ ਨੇ। ਚੰਦ ਲੋਕ ਹੈ ਨੇ ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਦਾ ਜੀਵਨ ਬੜਾ ਵਧੀਆ ਹੈ। ਬੜੇ ਆਪ ਨੂੰ ਜਵਾਨ ਬੱਚੀਆਂ ਔਰ ਬੱਚੇ ਮਿਲ ਜਾਣਗੇ ਜਿਨ੍ਹਾਂ ਦੀ ਸੋਚ ਬੜੀ ਚੰਗੀ ਹੈ, ਬੜੇ ਪਿਆਰੇ ਨੇ, ਉਹਨਾਂ ਦੀ ਬੋਲ ਬਾਣੀ, ਉਹ ਹੈਲਪਫੁਲ ਨੇ, ਕਿਉਂਕਿ ਉਹਨਾਂ ਨੇ ਗੁਰਬਾਣੀ ਨੂੰ ਸੁਣਿਆ ਹੈ, ਸਮਝਿਆ ਹੈ, ਪੜ੍ਹਿਆ ਹੈ, ਵਾਚਿਆ ਹੈ। ਬੜੇ ਬਜ਼ੁਰਗ ਬੰਦੇ ਆਪ ਨੂੰ ਮਿਲ ਜਾਣਗੇ ਜਿਹੜੇ ਬੜੇ ਸਿਆਣੇ ਨੇ, ਜਿਨ੍ਹਾਂ ਦੀ ਬੋਲ ਬਾਣੀ ਬੜੀ ਮਿੱਠੀ ਹੈ, ਨਿਮਰਤਾ ਹੈ, ਜੋ ਬੜੀ ਪਿਆਰੀ ਸਲਾਹ ਦੇਣਗੇ, ਹਰ ਇੱਕ ਦੇ ਨਾਲ ਪਿਆਰ ਦੇ ਨਾਲ ਮਿਲਣਗੇ। ਤੇ ਆਪ ਨੂੰ ਬੜੇ ਬਜ਼ੁਰਗ ਐਸੇ ਮਿਲ ਜਾਣਗੇ ਜਿਨ੍ਹਾਂ ਦੀ ਬੋਲੀ ਬੜੀ ਕਰਖਤ ਹੈ, ਉਮਰ ਬੀਤ ਗਈ ਹੈ, ਮੂੰਹ 'ਚ ਦੰਦ ਨਹੀਂ ਰਹੇ, ਲੇਕਿਨ ਜ਼ਬਾਨ ਬੜੀ ਚੱਲਦੀ ਔਰ ਭੈੜੀ ਚੱਲਦੀ ਹੈ, ਕ੍ਰੋਧ ਹੈ। ਤਾਂ ਗੱਲ ਹੈ ਆਪ ਖੁਦਰਾਪਨ ਜਿਹਦੇ ਵਿੱਚ ਵੀ ਹੋਏਗਾ, ਉਹਦੀ ਜ਼ਿੰਦਗੀ 'ਚੋਂ ਤ੍ਰਿਸ਼ਨਾ ਔਰ ਵਿਕਾਰਾਂ ਦੀ ਭੁੱਖ ਕਦੇ ਵੀ ਨਹੀਂ ਜਾਂਦੀ, ਉਹ ਕਦੇ ਵੀ ਸ਼ਾਂਤ ਨਹੀਂ ਹੁੰਦਾ। ਧੰਨ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਹੈ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਚਾਹੇ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਜੇ ਰੱਬੀ ਗੁਣਾਂ ਦਾ ਬੰਦਾ ਧਾਰਨੀ ਨਹੀਂ ਤਾਂ ਬਚਪਨ, ਜਵਾਨੀ, ਬੁਢੇਪਾ ਤਿੰਨੇ ਹੀ ਵਿਅਰਥ ਨੇ। ਤੇ ਜੇ ਬੰਦੇ ਦੇ ਜੀਵਨ ਦਾ ਬੇਸ ਗੁਣ ਨੇ, ਸੱਚਾਈ ਹੈ, ਤਾਂ ਬਚਪਨ, ਜਵਾਨੀ ਔਰ ਬੁਢੇਪਾ ਤਿੰਨੇ ਹੀ ਸਫਲ ਨੇ। ਗੁਰਮੁਖ ਸ਼ਬਦੇ ਰਤਿਆ, ਸ਼ੀਤਲ ਹੋਏ ਆਪ ਗਵਾਏ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ, ਗੁਰੂ ਦੇ ਜੋ ਸਨਮੁਖ ਹੋਏ ਨੇ, ਗੁਰੂ ਦੀ ਸ਼ਰਨ ਵਿੱਚ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ। ਸ਼ੀਤਲ ਦਾ ਮਤਲਬ ਠੰਡੇ, ਸ਼ਾਂਤ, ਸੰਤੋਖੀ। ਗੁਰਮੁਖ ਦਾ ਮਤਲਬ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਜਿਹੜਾ ਹੈ।
ਤਾਂ ਸਤਿਗੁਰ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿੱਚ ਰੱਤੇ ਹੋਣ ਕਰਕੇ ਆਪਣੇ ਅੰਦਰੋਂ ਆਪਾ ਗਵਾ ਕੇ ਅੰਦਰੋਂ ਸੁਖੀ ਔਰ ਸੰਤੋਖੀ ਹੁੰਦੇ ਨੇ, ਸ਼ੀਤਲ ਨੇ, ਸ਼ਾਂਤ ਨੇ। ਉਹਨਾਂ ਦੇ ਅੰਦਰ ਸ਼ਾਂਤੀ ਹੈ ਕਿਉਂਕਿ ਉਹਨਾਂ ਨੇ ਗੁਰੂ ਸ਼ਬਦ ਨੂੰ ਆਪਣੇ ਜੀਵਨ ਦਾ ਬੇਸ ਬਣਾਇਆ ਹੈ, ਗੁਰੂ ਦੀ ਵਿਚਾਰਧਾਰਾ ਨੂੰ, ਗੁਰੂ ਦੇ ਗਿਆਨ ਨੂੰ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਉਹਨਾਂ ਨੇ ਫੋਲੋ ਕੀਤਾ ਹੈ। ਉਹਨਾਂ ਨੇ ਆਪਣੀ ਮੱਤ ਨੂੰ ਖਤਮ ਕਰ ਲਿਆ ਹੈ, ਆਪਣੀ ਮਨ ਦੀ ਮੱਤ ਨੂੰ, ਆਪਣੇ ਅੰਦਰੋਂ ਹੰਕਾਰ ਨੂੰ ਗਵਾਇਆ ਹੈ। ਤੇ ਜਿਨ੍ਹਾਂ ਨੇ ਆਪਣੇ ਅੰਦਰੋਂ ਗੁਰਮਤਿ ਅਨੁਸਾਰ ਜ਼ਿੰਦਗੀ ਜੀ ਕੇ ਅਹੰਕਾਰ ਨੂੰ ਗਵਾ ਦਿੱਤਾ, ਉਹ ਅੰਦਰੋਂ ਸ਼ਾਂਤ ਨੇ, ਪਰਮ ਸ਼ਾਂਤ ਨੇ, ਉਹ ਸੁਖੀ ਨੇ, ਉਹ ਆਨੰਦ ਵਿੱਚ ਨੇ। ਔਰ ਹਕੀਕਤ ਇਹੀ ਹੈ, ਬੰਦੇ ਨੂੰ ਬੰਦੇ ਦੀ ਈਗੋ ਹੀ ਪਰੇਸ਼ਾਨ ਕਰਦੀ ਹੈ। ਹੰਕਾਰ ਕਰਕੇ ਹੀ ਅਸੀਂ ਕਿਸੇ ਨੂੰ ਨੀਵਾਂ ਵਿਖਾਉਂਦੇ ਹਾਂ, ਹੰਕਾਰ ਕਰਕੇ ਕਦੇ ਅਸੀਂ ਆਪਣੇ ਆਪ ਨੂੰ ਨੀਵਾਂ ਵੇਖ ਲੈਂਦੇ ਹਾਂ, ਦੂਜਿਆਂ ਦੇ ਨਾਲ ਸਾਡੀ ਬਣ ਨਹੀਂ ਹੁੰਦੀ। ਹੰਕਾਰ ਕਰਕੇ ਹੀ ਤਾਂ ਸਾਰੀਆਂ ਪ੍ਰੋਬਲਮਸ ਨੇ। ਤਾਂ ਜੋ ਗੁਰਮੁਖ ਨੇ, ਉਹਨਾਂ ਨੇ ਆਪੇ ਭਾਵ ਨੂੰ ਗਵਾ ਲਿਆ, ਗੁਰੂ ਗਿਆਨ ਰਾਹੀਂ ਉਹਨਾਂ ਨੇ ਰੱਬੀ ਹੁਕਮ ਨੂੰ ਸਮਝਿਆ ਹੈ, ਇਸ ਲਈ ਉਹ ਪਰਮ ਸ਼ਾਂਤ ਹੈ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ। ਸੰਤੋਖ ਹੈ, ਤ੍ਰਿਪਤ ਨੇ, ਉਹ ਰਾਜੀ ਨੇ, ਉਹ ਖੁਸ਼ ਨੇ, ਉਹ ਹਰ ਸਿਚੁਏਸ਼ਨ ਦੇ ਅੰਦਰ। ਫਿਰ ਭੁੱਖ ਨਾ ਲੱਗੇ ਆਏ, ਉਹਨਾਂ ਨੂੰ ਫਿਰ ਵਿਕਾਰਾਂ ਦੀ ਭੁੱਖ ਨਹੀਂ ਲੱਗਦੀ, ਕਿਉਂਕਿ ਜਿਨ੍ਹਾਂ ਦੇ ਅੰਦਰ ਸੱਚ ਹੈ, ਜੋ ਸੱਚ ਦੇ ਅੰਦਰ ਰੰਗੇ ਗਏ ਨੇ, ਉਹਨਾਂ ਨੂੰ ਝੂਠ ਬੋਲਣ ਦੀ ਭੁੱਖ ਨਹੀਂ ਲੱਗੇਗੀ, ਉਹ ਝੂਠ ਬੋਲਣਗੇ ਹੀ ਨਹੀਂ। ਜੋ ਉੱਚੇ ਸੁੱਚੇ ਆਚਰਨ ਆਦਰਸ਼ ਵਾਲੇ ਨੇ, ਉਹਨਾਂ ਦੀ ਬਿਰਤੀ ਕਦੇ ਨੀਵੀਂ ਹੋਵੇਗੀ ਨਹੀਂ, ਨੀਵੀਂ ਸੋਚ ਹੀ ਨਹੀਂ ਪੈਦਾ ਹੋਏਗੀ। ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਪ੍ਰੇਮ ਹੈ, ਜੋ ਪ੍ਰੇਮ ਰੰਗ ਦੇ ਅੰਦਰ ਰੰਗੇ ਗਏ ਨੇ, ਉਹਨਾਂ ਦੇ ਅੰਦਰ ਜੈਲਸੀ ਨਹੀਂ ਪੈਦਾ ਹੋਏਗੀ, ਉਹ ਸੰਤੋਖੀ ਨੇ। ਉਹਨਾਂ ਨੂੰ ਤ੍ਰਿਸ਼ਨਾ ਨਹੀਂ ਸਤਾਉਂਦੀ, ਉਹਨਾਂ ਨੂੰ ਭੁੱਖ ਨਹੀਂ ਸਤਾਉਂਦੀ। ਉਹ ਜੋ ਦਸਾਂ ਨਵਾਂ ਦੀ ਕਿਰਤ ਕਮਾਈ ਇਮਾਨਦਾਰੀ ਦੇ ਨਾਲ ਕਰਦੇ ਨੇ, ਉਹਦਾ ਉਹ ਸ਼ੁਕਰਾਨਾ ਕਰਦੇ ਨੇ, ਉਹ ਖੁਸ਼ ਨੇ। ਹੁਣ ਸੰਤੋਖ ਦਾ ਮਤਲਬ ਇਹ ਨਹੀਂ ਕਿ ਉਹ ਕੰਮ ਨਹੀਂ ਕਰਨਗੇ, ਤਰੱਕੀ ਨਹੀਂ ਕਰਨਗੇ। ਸੰਤੋਖ ਦਾ ਮਤਲਬ ਉਹ ਖੁਸ਼ੀ ਨੇ, ਸੰਤੁਸ਼ਟ ਨੇ, ਜੋ ਉਹਨਾਂ ਨੂੰ ਇਮਾਨਦਾਰੀ ਦੀ ਕਿਰਤ ਕਰਕੇ ਮਿਲ ਰਿਹਾ ਹੈ, ਉਹਦੇ ਵਿੱਚ ਉਹ ਖੁਸ਼ ਨੇ, ਖੁਸ਼ੀ ਮਾਣਦੇ ਨੇ, ਉਹਨੂੰ ਸੰਤੋਖੀ ਕਹਿੰਦੇ ਨੇ। ਇੱਕ ਬੰਦਾ ਉਹ ਹੈ ਜੋ 2 ਨੰਬਰ ਦੇ ਧੰਦੇ ਕਰ ਰਿਹਾ ਹੈ, ਤੇ ਜੋ 2 ਨੰਬਰ ਦੇ ਧੰਦੇ ਕਰਕੇ ਵੀ ਮਿਲਿਆ ਹੈ, ਖੁਸ਼ ਉਹਦੇ ਵਿੱਚ ਵੀ ਨਹੀਂ, ਉਹ ਅਸੰਤੁਸ਼ਟ ਹੈ। ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ। ਨਾਮ ਦਾ ਮਤਲਬ ਹੁਕਮ, ਲਿਵ ਦਾ ਮਤਲਬ ਲਗਨ, ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹ ਰੱਬੀ ਰਜ਼ਾ ਦੇ ਅੰਦਰ ਆਪਣੀ ਲਗਨ ਲਗਾ ਕੇ ਰੱਖਦੇ ਨੇ, ਤੇ ਜੋ ਕੁਝ ਵੀ ਉਹ ਕਰਦੇ ਨੇ ਉਹ ਪ੍ਰਵਾਨ ਹੁੰਦਾ ਹੈ। ਯਾਨੀ ਕਰਮ ਹੀ ਉਹ ਕਰ ਰਹੇ ਨੇ ਜੋ ਪ੍ਰਵਾਨ ਹੈ, ਜੋ ਪ੍ਰਵਾਨ ਨਹੀਂ ਉਹ ਕਰ ਹੀ ਨਹੀਂ ਰਹੇ। ਔਰ ਜੋ ਕੁਝ ਉਹ ਕਰਦੇ ਨੇ ਉਹ ਪ੍ਰਵਾਨ ਹੁੰਦਾ ਹੈ। ਕਿਉਂ? ਕਿਉਂਕਿ ਉਹ ਰਜ਼ਾ ਦੇ ਅੰਦਰ ਕਰ ਰਹੇ ਨੇ, ਹੁਕਮ ਦੇ ਅੰਦਰ ਕਰ ਰਹੇ ਨੇ, ਹੁਕਮ ਤੋਂ ਬਾਹਰ ਕੁਝ ਨਹੀਂ ਕਰ ਰਹੇ। ਔਰ ਹੁਕਮ ਦੇ ਅੰਦਰ ਜੋ ਚੀਜ਼ ਹੈ, ਕੀਤਾ ਹੋਇਆ ਕੰਮ ਕੋਈ ਵੀ ਹੈ, ਉਹ ਪ੍ਰਵਾਨ ਹੈ। ਜਦੋਂ ਹੁਕਮ ਨੂੰ ਤੋੜ ਕੇ ਕੋਈ ਕੰਮ ਕਰਦੇ ਆ, ਉਹ ਅਪਰਵਾਨ ਹੋ ਜਾਂਦਾ ਹੈ। ਇਹ ਚੀਜ਼ ਨੂੰ ਅਸੀਂ ਦੁਨੀਆ ਦੀ ਛੋਟੀ ਜਿਹੀ ਮਿਸਾਲ ਲੈ ਕੇ ਸਮਝ ਸਕਦੇ ਹਾਂ। ਮੰਨ ਲਓ ਤੁਸੀਂ ਖੀਰ ਬਣਾ ਰਹੇ ਹੋ, ਤਾਂ ਹੁਣ ਖੀਰ ਹੈ ਕਿ ਦੁੱਧ ਦੇ ਵਿੱਚ ਚੌਲ ਪਾ ਕੇ ਉਬਾਲੋਗੇ, ਉਹਨੂੰ ਥੋੜਾ ਹਿਲਾਉਂਦੇ ਰਹੋਗੇ ਕਿ ਥੱਲੇ ਦੁੱਧ ਲੱਗ ਨਾ ਜਾਏ, ਔਰ ਫਿਰ ਉਹਦੇ ਵਿੱਚ ਚੀਨੀ ਵਗੈਰਾ ਸਾਰਾ ਕੁਝ ਪਾਓਗੇ, ਸਿਸਟਮ ਹੈ ਨਾ। ਤੇ ਉਹ ਖੀਰ ਜਿਹੜੀ ਬਣੇਗੀ ਉਹ ਪ੍ਰਵਾਨ ਹੋਏਗੀ, ਸਵਾਦਲੀ ਹੋਏਗੀ। ਤੇ ਜੇ ਕੋਈ ਕਹੇ ਬੰਦਾ ਵੀ ਖੀਰ ਦੇ ਵਿੱਚ ਖੰਡ, ਚੌਲ ਔਰ ਦੁੱਧ ਹੀ ਤੇ ਪੈਣਾ ਹੈ, ਤੇ ਪਹਿਲਾਂ ਪਤੀਲੇ ਵਿੱਚ ਖੰਡ ਨੂੰ ਪਾ ਕੇ ਚੰਗੀ ਤਰ੍ਹਾਂ ਸਾੜ ਲੈ, ਤੇ ਸੜੀ ਖੰਡ ਦੇ ਵਿੱਚ ਉਸ ਤੋਂ ਬਾਅਦ ਪਾ ਦੇਵੇ ਚੌਲ, ਤੇ ਗਰਮ ਪਤੀਲੇ ਵਿੱਚ ਚੌਲਾਂ ਨੂੰ ਭੁੰਨ ਲੈ, ਤੇ ਉਸ ਤੋਂ ਬਾਅਦ ਦੁੱਧ ਪਾ ਦੇਵੇ, ਤੇ ਫਿਰ ਦੁੱਧ ਨੂੰ ਉਬਾਲੀ ਜਾਏ, ਤਾਂ ਕੀ ਉਹ ਖੀਰ ਪ੍ਰਵਾਨ ਹੋਏਗੀ? ਨਹੀਂ ਹੋਏਗੀ ਨਾ। ਸਿਸਟਮ ਦੇ ਵਿੱਚ ਬਣੀ ਚੀਜ਼ ਪ੍ਰਵਾਨ ਹੋਏਗੀ ਨਾ। ਟ੍ਰੈਫਿਕ ਹੈ, ਟ੍ਰੈਫਿਕ ਦੇ ਵਿੱਚ ਜੇ ਤੁਸੀਂ ਹਰੀ ਬੱਤੀ ਤੇ ਚੱਲ ਰਹੇ ਹੋ, ਲਾਲ ਤੇ ਰੁਕ ਰਹੇ ਹੋ, ਜੋ ਵੀ ਰੋਡ ਮਾਰਕਿੰਗ ਹੈ ਉਹਨੂੰ ਫੋਲੋ ਕਰ ਰਹੇ ਹੋ, ਸਿਸਟਮ ਨੂੰ ਫੋਲੋ ਕਰ ਰਹੇ ਹੋ, ਤਾਂ ਤੁਸੀਂ ਪ੍ਰਵਾਨ ਹੋ, ਤੁਸੀਂ ਠੀਕ ਚਲੇ ਜਾ ਰਹੇ ਹੋ, ਕੋਈ ਰੋਕ ਟੋਕ ਨਹੀਂ ਹੈ। ਪਰ ਜੇ ਤੁਸੀਂ ਰੂਲ ਰੈਗੂਲੇਸ਼ਨ ਤੋੜੋਗੇ ਤਾਂ ਤੁਹਾਨੂੰ ਕੋਈ ਵੀ ਪ੍ਰਵਾਨ ਨਹੀਂ ਕਰੇਗਾ, ਸਜ਼ਾ ਮਿਲੇਗੀ ਨਾ। ਇਸ ਲਈ
ਜੋ ਸਿਸਟਮ ਦੇ ਅੰਦਰ ਕੰਮ ਕੀਤਾ ਜਾਏ ਉਹ ਕੰਮ ਹਰ ਥਾਂ ਤੇ ਹੀ ਪ੍ਰਵਾਨ ਹੁੰਦਾ ਹੈ, ਤੇ ਜੋ ਗੁਰਮੁਖ ਨੇ ਕੰਮ ਹੀ ਉਹ ਕਰਦੇ ਨੇ ਜੋ ਸਿਸਟਮ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ। ਇਸ ਲਈ ਉਹਨਾਂ ਦਾ ਹਰ ਕੰਮ ਪ੍ਰਵਾਨ ਹੈ, ਕਿਉਂਕਿ ਉਹਨਾਂ ਨੇ ਰੱਬੀ ਰਜ਼ਾ ਤੋਂ ਬਾਹਰ ਕੁਝ ਕੀਤਾ ਹੀ ਨਹੀਂ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ ਹਮੇਸ਼ਾ ਸੱਚ ਬੋਲਿਆ ਹੈ, ਸੱਚ ਸੁਣਿਆ ਹੈ, ਸੱਚ ਵੇਖਿਆ ਹੈ, ਸੱਚ ਕਮਾਇਆ ਹੈ, ਸੱਚ ਦਾ ਸੰਗ੍ਰਹਿਣ ਕੀਤਾ ਹੈ, ਸੱਚ ਬਾਰੇ ਹੀ ਸੋਚਿਆ ਹੈ, ਤੇ ਐਸਾ ਬੰਦਾ ਪ੍ਰਵਾਨ ਹੀ ਹਰ ਥਾਂ। ਇਸ ਲਈ ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਹੈ, ਰੱਬੀ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹ ਹਮੇਸ਼ਾ ਨਾਮ ਰਹੇ ਲਿਵਲਾਏ ਦਾ ਮਤਲਬ ਹੁਕਮ ਦੇ ਅੰਦਰ ਆਪਣੀ ਲਗਨ ਜੋੜੀ ਰੱਖਦੇ ਨੇ। ਪੌੜੀ ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ। ਜੋ ਸਤਿਗੁਰ ਦੇ ਸਨਮੁਖ ਨੇ ਮੈਂ ਉਹਨਾਂ ਸਿੱਖਾਂ ਤੋਂ ਸਦਕੇ ਹਾਂ। ਗੁਰਮੁਖ ਸਿੱਖਾਂ ਦਾ ਮਤਲਬ ਜੋ ਗੁਰੂ ਦੇ ਅਨੁਸਾਰੀ ਸਿੱਖ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਦੇ ਨੇ, ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਹਾਂ। ਹੁਣ ਸਿੱਖ ਦਾ ਕੋਈ ਭੇਖ ਵੀ ਧਾਰਨ ਕਰ ਸਕਦਾ ਹੈ, ਭੇਖੀ ਵੀ ਹੋ ਸਕਦਾ ਹੈ ਕਿ ਕੋਈ ਬਾਹਰੀ ਬਾਣਾ ਜਿਹੜਾ ਹੈ ਸਿੱਖਾਂ ਵਾਲਾ ਪਾ ਲਵੇ, ਔਰ ਬਾਹਰੀ ਬਾਣਾ ਪਾ ਕੇ ਤੇ ਉਹ ਗਲਤ ਕਰਮ ਕਰੇ। ਐਸਾ ਭੇਖੀ ਬੰਦਾ ਵੀ ਹੋ ਸਕਦਾ ਨਾ। ਗੱਲ ਭੇਖੀ ਦੀ ਨਹੀਂ ਹੈ, ਗੱਲ ਉਹਨਾਂ ਦੀ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਨੇ। ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਤੋਂ ਵਾਰ ਨੇ ਸਦਕੇ ਹਾਂ। ਤਾਂ ਉਹਨਾਂ ਨੂੰ ਹੀ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ ਜੋ ਗੁਰੂ ਦੱਸੇ ਰਾਹਾਂ ਤੇ ਚੱਲਦੇ ਨੇ। ਤਾਂ ਇਸ ਪੰਕਤੀ ਤੋਂ ਸਾਨੂੰ ਪ੍ਰੇਰਨਾ ਮਿਲ ਰਹੀ ਹੈ ਕਿ ਜੇ ਅਸੀਂ ਰੱਬ ਦੀ ਰਹਿਮਤ ਦੇ ਪਾਤਰ ਬਣਨਾ ਚਾਹੁੰਦੇ ਹਾਂ, ਗੁਰੂ ਦੀ ਬਖਸ਼ਿਸ਼ ਲੈਣਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਗੁਰੂ ਅਨੁਸਾਰ ਹੀ ਹੋਣਾ ਚਾਹੀਦਾ ਹੈ। ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ ਚਾਹੀਦੀ ਹੈ। ਉਹਨਾਂ ਤੋਂ ਗੁਰੂ ਜੀ ਸਦਕੇ ਵਾਰਨੇ ਜਾਂਦੇ ਨੇ, ਨਾਲ ਸਾਨੂੰ ਉਹਨਾਂ ਗੁਰਸਿੱਖਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿੰਦੇ। ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾਂ। ਪਿੱਖਾ ਨਹੀਂ, ਪਿੱਖਾਂ। ਪਿੱਖਾਂ ਦਾ ਮਤਲਬ ਮੈਂ ਵੇਖਾਂ। ਹਰ ਨਾਮ ਧਿਆਏ ਦੇ, ਨਾਮ ਦਾ ਮਤਲਬ ਹੁਕਮ, ਧਿਆਏ ਦਾ ਮਤਲਬ ਜੋ ਧਿਆਉਂਦੇ ਨੇ, ਧਿਆਨ ਵਿੱਚ ਰੱਖਦੇ ਨੇ, ਜੋ ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਦੇ ਨੇ, ਜੋ ਰੱਬੀ ਗੁਣਾਂ ਦੇ ਧਾਰਨੀ ਨੇ। ਤਿੰਨ ਦਰਸ਼ਨ ਪਿੱਖਾਂ, ਜੀ ਚਾਹੁੰਦਾ ਹੈ ਮੈਂ ਉਹਨਾਂ ਦੇ ਦਰਸ਼ਨ ਕਰਾਂ, ਮੈਨੂੰ ਐਸੇ ਲੋਕਾਂ ਦੇ ਦਰਸ਼ਨ ਹੋਣ, ਮੈਂ ਐਸੇ ਲੋਕਾਂ ਦੇ ਨਾਲ ਮੇਲ ਮਿਲਾਪ ਕਰਾਂ। ਹੁਣ ਦਰਸ਼ਨ ਦਾ ਮਤਲਬ ਮੇਲ ਮਿਲਾਪ ਕਰਨਾ, ਕਿ ਐਸੇ ਲੋਕਾਂ ਦੇ ਨਾਲ ਮੈਂ ਮਿਲਾਂ, ਐਸੇ ਲੋਕਾਂ ਨੂੰ ਮੈਂ ਵੇਖਾਂ, ਐਸੇ ਲੋਕਾਂ ਦੇ ਨਾਲ ਮੈਂ ਆਪਣੀ ਮਿਲਵਰਤਨ ਬਣਾਵਾਂ ਜੋ ਹਰੀ ਹੁਕਮ ਦੇ ਅੰਦਰ ਹਮੇਸ਼ਾ ਆਪਣੇ ਚਿੱਤ ਨੂੰ ਜੋੜੀ ਰੱਖਦੇ ਨੇ। ਭਾਵ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਰੱਬੀ ਗੁਣਾਂ ਦੇ ਜੋ ਧਾਰਨੀ ਨੇ, ਜੀ ਕਰਦਾ ਹੈ ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਨੂੰ ਵੇਖਾਂ, ਉਹਨਾਂ ਨੂੰ ਮਿਲਾਂ, ਉਹਨਾਂ ਦੇ ਨਾਲ ਫਰੈਂਡਸ਼ਿਪ ਪਾਵਾਂ, ਉਹਨਾਂ ਦੀ ਮੈਂ ਸੰਗਤ ਕਰਾਂ। ਹੁਣ ਜੀ ਕਰਦਾ ਹੈ ਨਾ ਕਿ ਐਸੇ ਲੋਕ ਸਾਨੂੰ ਮਿਲਣ ਤੇ ਅਸੀਂ ਵੀ ਸੰਗਤ ਕਰੀਏ, ਤੇ ਜੇ ਸਾਨੂੰ ਐਸੇ ਲੋਕ ਨਹੀਂ ਮਿਲਦੇ ਤਾਂ ਫਿਰ ਕੀ ਕਰੀਏ? ਤਾਂ ਦੂਜੀ ਗੱਲ ਹੈ ਅਸੀਂ ਇਹੋ ਜਿਹੇ ਆਪ ਬਣੀਏ। ਜੇ ਮੇਰੀ ਖੋਜ ਪੂਰੀ ਨਹੀਂ ਹੋਈ, ਮੈਨੂੰ ਐਸਾ ਇਨਸਾਨ ਨਹੀਂ ਮਿਲਿਆ, ਤਾਂ ਕੋਈ ਗੱਲ ਨਹੀਂ, ਮੈਂ ਆਪ ਇਹੋ ਜਿਹਾ ਇਨਸਾਨ ਬਣ ਜਾਵਾਂ। ਕਿਸੇ ਦੀ ਖੋਜ ਤੇ ਪੂਰੀ ਹੋਏ, ਕਿਸੇ ਨੂੰ ਤੇ ਐਸਾ ਇਨਸਾਨ ਮਿਲ ਸਕੇ, ਤਾਂ ਸਾਨੂੰ ਐਸੇ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਔਰ ਸਾਨੂੰ ਆਪ ਐਸੇ ਬਣਨਾ ਚਾਹੀਦਾ ਹੈ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ। ਰਵਾ ਨਹੀਂ, ਰਵਾਂ। ਰਵਾਂ ਦਾ ਮਤਲਬ ਬੋਲਣਾ, ਉਚਾਰਨ ਕਰਾਂ। ਤੇ ਜਦੋਂ ਐਸੇ ਗੁਰਮੁਖ ਪਿਆਰਿਆਂ ਦੇ ਨਾਲ ਮੈਂ ਮਿਲਾਂ ਤਾਂ ਮਿਲ ਕੇ ਕਰਾਂ ਕੀ? ਹੁਣ ਇਹ ਥੋੜੀ ਵੀ ਮੇਰੇ ਦਰਸ਼ਨ ਕਰਾਂ ਤੇ ਮੱਥਾ ਟੇਕਾਂ ਤੇ ਚਲਾ ਜਾਵਾਂ, ਐਵੇਂ ਨਹੀਂ। ਐਸੇ ਗੁਰਮੁਖ ਪਿਆਰੇ ਮਿਲਣ ਤੇ ਕੀ ਕਰਾਂ? ਯਾਨੀ ਜੋ ਸਾਡਾ ਮੇਲ ਮਿਲਾਪ ਹੈ ਉਹਦੇ ਵਿੱਚੋਂ ਕੀ ਉਤਪੰਨ ਹੋਣਾ ਚਾਹੀਦਾ ਹੈ? ਸੁਣ ਕੀਰਤਨ, ਮੈਂ ਉਹਨਾਂ ਤੋਂ ਰੱਬੀ ਸਿਫਤ ਸਲਾਹ ਸੁਣਾ, ਰੱਬ ਦੇ ਗੁਣ ਸੁਣਾ। ਹਰ ਗੁਣ ਰਵਾਂ, ਤੇ ਮੈਂ ਵੀ ਹਰੀ ਦੇ ਗੁਣ ਉਚਾਰਨ ਕਰਾਂ, ਗੁਣਾਂ ਬਾਰੇ ਗੱਲਬਾਤ ਕਰਾਂ। ਹਰ ਜਸ ਮਨ ਲਿਖਾਂ, ਹਰ ਜਸ ਦਾ ਮਤਲਬ ਰੱਬ ਦੀ ਸਿਫਤ ਸਲਾਹ ਆਪਣੇ ਮਨ ਦੇ ਵਿੱਚ ਲਿਖ ਲਵਾਂ, ਉਕਰ ਲਵਾਂ, ਆਪਣੇ ਮਨ ਦੇ ਵਿੱਚ ਵਸਾ ਲਵਾਂ। ਕਾਪੀ ਪੈਨ ਤੇ ਨਾ ਲਿਖਾਂ, ਮਨ ਵਿੱਚ ਲਿਖ ਲਵਾਂ, ਸੋਚ ਵਿੱਚ ਲਿਖ ਲਵਾਂ। ਯਾਨੀ ਐਸੇ ਗੁਰਮੁਖਾਂ ਦੇ ਨਾਲ ਮਿਲਾਂ, ਉਹਨਾਂ ਤੋਂ ਹਰੀ ਦੇ ਜਸ, ਹਰੀ ਦਾ ਸਿਫਤ ਸਲਾਹ ਸੁਣਾ, ਉਹਨਾਂ ਦੇ ਨਾਲ ਹਰੀ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਾਂ ਔਰ ਹਰੀ ਦੇ ਗੁਣਾਂ ਨੂੰ ਆਪਣੀ ਮੈਂਟੈਲਿਟੀ, ਮਾਨਸਿਕਤਾ ਦੇ ਵਿੱਚ ਲਿਖ ਲਵਾਂ, ਵਸਾ ਲਵਾਂ।
ਤਾਂ ਦੇਖੋ ਇੱਥੋਂ ਸਾਨੂੰ ਕੀ ਚੀਜ਼ ਮਿਲ ਰਹੀ ਹੈ ਜ਼ਿੰਦਗੀ ਜੀਣ ਲਈ, ਕਿ ਜਦੋਂ ਵੀ ਅਸੀਂ ਆਪਸ ਵਿੱਚ ਮਿਲੀਏ ਤਾਂ ਰੱਬੀ ਗੁਣਾਂ ਦੀ ਗੱਲ ਕਰੀਏ, ਰੱਬੀ ਗੁਣਾਂ ਬਾਰੇ ਬੋਲੀਏ, ਰੱਬੀ ਗੁਣਾਂ ਬਾਰੇ ਸੁਣੀਏ, ਔਰ ਰੱਬੀ ਗੁਣਾਂ ਨੂੰ, ਯੂਨੀਵਰਸਲ ਟਰੁੱਥ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾ ਲਈਏ। ਹਰ ਨਾਮ ਸਲਾਹੀ ਰੰਗ ਸਿਉ, ਸਲਾਹੀ ਨਹੀਂ ਤੇ ਸਲਾਹੀ ਬਿੰਦੀ ਲਾ ਕੇ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵਿਖ ਕ੍ਰਿਖਾਂ, ਕ੍ਰਿਖਾਂ ਦਾ ਮਤਲਬ ਨਾਸ ਕਰਦਿਆਂ, ਕਿਲਵਿਖ ਦਾ ਮਤਲਬ ਪਾਪ, ਸਲਾਹੀ ਦਾ ਮਤਲਬ ਮੈਂ ਸਿਫਤ ਕਰਾਂ, ਰੰਗ ਸਿਉ ਦਾ ਮਤਲਬ ਪ੍ਰੇਮ ਦੇ ਨਾਲ, ਹਰ ਨਾਮ ਦਾ ਮਤਲਬ ਰੱਬੀ ਹੁਕਮ, ਮੈਂ ਪ੍ਰੇਮ ਦੇ ਨਾਲ ਰੱਬੀ ਹੁਕਮ ਦੀ ਸਿਫਤ ਸਲਾਹ ਕਰਾਂ, ਮੈਂ ਪ੍ਰੇਮ ਦੇ ਨਾਲ ਰੱਬੀ ਗੁਣ ਗਾਵਾਂ, ਸਭ ਕਿਲਵਿਕ ਕ੍ਰਿਖਾਂ ਤੇ ਆਪਣੀ ਜ਼ਿੰਦਗੀ ਚੋਂ ਸਾਰੇ ਪਾਪ ਕੱਟਦੇ ਆਂ, ਸਾਰੇ ਪਾਪਾਂ ਦਾ ਨਾਸ ਕਰਦੇ ਆਂ। ਕਿਵੇਂ? ਰੱਬੀ ਗੁਣਾਂ ਨੂੰ ਗਾ ਕੇ। ਪਾਪ ਕਿਵੇਂ ਕੱਟੇ ਜਾਣਗੇ? ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਨਹੀਂ, ਵਰਤ ਨਰਾਤਿਆਂ ਦੇ ਨਾਲ ਨਹੀਂ, ਜਪ ਤਪ ਸੰਜਮ ਦੇ ਨਾਲ ਨਹੀਂ, ਸਮਾਧੀਆਂ ਲਾਉਣ ਨਾਲ ਪਾਪ ਨਹੀਂ ਕੱਟੇ ਜਾਣੇ। ਪਾਪ ਕੱਟੇ ਜਾਣੇ ਨੇ ਗੁਣਾਂ ਦੇ ਧਾਰਨੀ ਹੋ ਕੇ। ਝੂਠ ਬੋਲਣਾ ਪਾਪ ਹੈ ਨਾ, ਤਾਂ ਝੂਠ ਬੋਲਣਾ ਤੀਰਥਾਂ ਤੇ ਇਸ਼ਨਾਨ ਨਾਲ ਥੋੜਾ ਛੁੱਟਣਾ ਹੈ। ਝੂਠ ਬੋਲਣਾ ਛੁੱਟੇਗਾ ਸੱਚ ਬੋਲਣ ਦੇ ਨਾਲ। ਸੱਚ ਬੋਲੋ, ਝੂਠ ਆਪੇ ਹੀ ਕੱਟਿਆ ਜਾਣਾ। ਪਿਆਰ ਦੇ ਨਾਲ ਰਹਿਣਾ ਸ਼ੁਰੂ ਕਰੋ, ਜੈਲਸੀ ਈਰਖਾ ਆਪੇ ਹੀ ਕੱਟੀ ਜਾਏਗੀ। ਨਿਮਰਤਾ ਨਾਲ ਰਹਿਣਾ ਸ਼ੁਰੂ ਕਰ ਦਿਓ, ਹੰਕਾਰ ਆਪੇ ਹੀ ਕੱਟਿਆ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਮੈਂ ਰੱਬ ਦੀ ਸਿਫਤ ਸਲਾਹ ਕਰਾਂ, ਪਿਆਰ ਦੇ ਨਾਲ ਗੁਣਾਂ ਦਾ ਧਾਰਨੀ ਹੋਵਾਂ ਔਰ ਆਪਣੀ ਜ਼ਿੰਦਗੀ ਚੋਂ ਪਾਪਾਂ ਨੂੰ ਕੱਟ ਦਿਆਂ। ਅੰਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਿਖਾ ਦਾ ਮਤਲਬ ਕਦਮ। ਉਹ ਸ਼ਰੀਰ ਥਾਂ ਧਨ ਹੈ, ਸੁੰਦਰ ਹੈ, ਜਿੱਥੇ ਮੇਰਾ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ, ਚਰਨ ਪਾਉਂਦਾ ਹੈ। ਮਤਲਬ ਜਿੱਥੇ ਗੁਰੂ ਆਪ ਆਵਸਥਾ ਹੈ, ਜਿੱਥੇ ਗੁਰੂ ਦਾ ਗਿਆਨ ਆਵਸਥਾ ਹੈ, ਜਿੱਥੇ ਗੁਰੂ ਦੀ ਵਿਚਾਰਧਾਰਾ ਆਵਸਥੀ ਹੈ, ਉਹ ਸ਼ਰੀਰ, ਉਹ ਸੋਚ, ਉਹ ਮਨ ਧਨ ਹੈ, ਸੁਹਾਵਣਾ ਹੈ। ਸੁਹਾਵਣੀ ਹੈ ਉਸ ਬੰਦੇ ਦੀ ਸੋਚ ਜਿੱਥੇ ਗੁਰੂ ਦੀ ਬਾਣੀ ਆਵਸੀ, ਜਿੱਥੇ ਗੁਰੂ ਦੇ ਸਿਧਾਂਤ, ਗੁਰੂ ਦੀ ਵਿਚਾਰਧਾਰਾ ਆ ਕੇ ਵਸਦੀ। ਸੁਹਾਵਣਾ ਹੈ ਉਹ ਸ਼ਰੀਰ ਜਿਸ ਸ਼ਰੀਰ ਦੇ ਰਾਹੀਂ ਗੁਰਮਤ ਨੂੰ ਲਾਗੂ ਕੀਤਾ ਜਾ ਰਿਹਾ ਹੈ, ਔਰ ਜੋ ਸ਼ਰੀਰ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਦੇ ਵਿੱਚ ਕਰਮ ਕਰ ਰਿਹਾ ਹੈ। ਉਹ ਮਨ, ਉਹ ਬੁੱਧ, ਉਹ ਚਿੱਤ, ਉਹ ਸ਼ਰੀਰ, ਉਹ ਥਾਂ ਸੁਹਾਵਣਾ ਹੈ ਜਿੱਥੇ ਮੇਰੇ ਗੁਰੂ ਦੇ ਚਰਨ ਪੈ। ਭਾਵ ਕਿ ਜਿਸ ਹਿਰਦੇ ਦੇ ਅੰਦਰ ਗੁਰੂ ਦੀ ਵਿਚਾਰਧਾਰਾ ਵਸ ਗਈ, ਉਹ ਹਿਰਦਾ, ਉਹ ਜੀਵਨ, ਉਹ ਇਨਸਾਨ ਸੁਹਾਵਣਾ ਹੋ ਜਾਂਦਾ। ਸ਼ਲੋਕ ਮਹਿਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ। ਗੁਰੂ ਤੋਂ ਬਿਨਾ ਆਤਮਿਕ ਜੀਵਨ ਦੀ ਸੂਝ ਨਹੀਂ ਪੈਂਦੀ, ਗਿਆਨ ਨਹੀਂ ਹੁੰਦਾ, ਤੇ ਨਾ ਹੀ ਸੁਖ ਮਨ ਵਿੱਚ ਆ ਕੇ ਵਸਦਾ ਹੈ। ਹੁਣ ਦੇਖੋ ਸੁਖ ਕਿਵੇਂ ਪੈਦਾ ਹੋ ਸਕਦਾ ਹੈ, ਇਹਦੇ ਵਾਸਤੇ ਗਿਆਨ ਤਾਂ ਚਾਹੀਦਾ ਨਾ। ਜੇ ਇਸ ਬਾਰੇ ਜਾਣਕਾਰੀ ਹੀ ਨਹੀਂ ਕਿ ਸੁਖ ਕਿਵੇਂ ਪੈਦਾ ਹੋ ਸਕਦਾ ਹੈ, ਤਾਂ ਫਿਰ ਸੁਖ ਤਾਂ ਨਹੀਂ ਮਿਲੇਗਾ। ਜਾਣਕਾਰੀ ਚਾਹੀਦੀ ਹੈ, ਗਿਆਨ ਚਾਹੀਦਾ ਕਿਸੇ ਵੀ ਚੀਜ਼ ਵਾਸਤੇ। ਮਾਮੂਲੀ ਜੀ ਗੱਲ ਹੈ, ਸਬਜ਼ੀ ਬਣਾਉਣੀ ਹੋਵੇ ਨਾ ਘਰ ਵਿੱਚ, ਤਾਂ ਉਹਦੇ ਲਈ ਜਾਣਕਾਰੀ ਤਾਂ ਚਾਹੀਦੀ ਹੈ ਨਾ। ਜੇ ਜਾਣਕਾਰੀ ਨਹੀਂ ਹੈ ਤਾਂ ਸਬਜ਼ੀ ਵੀ ਮਾਮੂਲੀ ਚੀਜ਼ ਨਹੀਂ ਬਣਨੀ। ਜੇ ਜਾਣਕਾਰੀ ਨਹੀਂ ਤਾਂ ਘਰ ਦੇ ਸੀ ਨਾ ਸਫਾਈ ਨਹੀਂ ਚੱਜ ਨਾਲ ਕਰ ਸਕਦੇ। ਝਾੜੂ ਪੋਚੇ ਦੀ ਜੇ ਜਾਣਕਾਰੀ ਨਹੀਂ ਤਾਂ ਨਹੀਂ ਕਰ ਪਾਵਾਂਗੇ। ਇਹ ਤਾਂ ਸਭ ਤੋਂ ਨੀਵੀਂ ਗੱਲ ਹੈ ਨਾ, ਛੋਟੀ ਗੱਲ ਹੈ। ਹੁਣ ਆਤਮਿਕ ਸੁਖ, ਆਤਮਿਕ ਜੀਵਨ, ਆਤਮਿਕ ਆਨੰਦ, ਖੁਸ਼ੀ, ਪ੍ਰਸੰਨਤਾ, ਪ੍ਰਭੂ ਦਾ ਮਿਲਾਪ, ਇਹਦੇ ਵਾਸਤੇ ਗਿਆਨ ਤੇ ਚਾਹੀਦਾ। ਜੇ ਜਾਣਕਾਰੀ ਨਹੀਂ, ਗਿਆਨ ਨਹੀਂ, ਸਮਝ ਨਹੀਂ, ਤਾਂ ਸੁਖ ਵੀ ਨਹੀਂ ਮਿਲੇਗਾ। ਤੇ ਗਿਆਨ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਤਾਂ ਗੁਰੂ ਤੋਂ ਬਿਨਾਂ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ, ਔਰ ਨਾ ਹੀ ਮਨ ਦੇ ਅੰਦਰ ਸੁਖ ਆ ਕੇ ਵਸਦਾ ਹੈ। ਇਸ ਲਈ ਗਿਆਨ ਦੀ ਜ਼ਰੂਰਤ ਹੈ। ਤੇ ਦੂਜੀ ਗੱਲ ਇਹ ਹੈ ਕਿ ਸੱਚਾ ਗਿਆਨ ਤੇ ਉਸ ਗਿਆਨ ਦੀ ਵਰਤੋਂ ਕਰਨੀ। ਜੇ ਗਿਆਨ ਦੀ ਵਰਤੋਂ ਕਰਾਂਗੇ ਤਾਂ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋਊਗਾ। ਨਾਨਕ ਨਾਮ ਵਿਹੂਣੇ ਮਨਮੁਖੀ, ਜਾਸੰ ਜਨਮ ਗਵਾਏ। ਇੱਥੇ ਨਾਮ ਦਾ ਮਤਲਬ ਹੈ ਰੱਬੀ ਸਿਫਤ ਸਲਾਹ, ਰੱਬੀ ਗੁਣ। ਜੋ ਰੱਬੀ ਸਿਫਤ ਸਲਾਹ ਤੋਂ ਸਖਣੇ ਨੇ,
ਗਿਆਨ ਤੋਂ ਸਖਣੇ ਨੇ। ਮਨਮੁਖੀ ਦਾ ਮਤਲਬ ਆਪ ਹੁਦਰੇ ਨੇ। ਜਾਸਨ ਜਨਮ ਗਵਾਏ, ਉਹ ਗਿਆਨ ਤੋਂ ਸਖਣੇ ਮਨੁੱਖ ਆਪਣੀ ਜ਼ਿੰਦਗੀ ਨੂੰ ਐਵੇਂ ਹੀ ਬੇਕਾਰ ਗਵਾ ਕੇ ਚਲੇ ਜਾਂਦੇ। ਗਿਆਨ ਤੋਂ ਸਖਣੇ ਮਨੁੱਖ, ਗੁਣਾ ਤੋਂ ਸਖਣੇ ਮਨੁੱਖ ਆਪਣੀ ਜ਼ਿੰਦਗੀ ਨੂੰ ਐਵੇਂ ਹੀ ਗਵਾ ਕੇ ਚਲੇ ਜਾਣਗੇ। ਵਿਅਰਥ, ਹੁਣ ਇਹ ਚੀਜ਼ ਨਾ ਥੋੜੀ ਜੀ ਸਮਝਣ ਵਾਲੀ ਹੈ। ਵੈਸੇ ਅਸੀਂ ਰੋਜ਼ ਇਹਨਾਂ ਚੀਜ਼ਾਂ ਬਾਰੇ ਵਿਚਾਰ ਕਰ ਹੀ ਰਹੇ ਹਾਂ ਕਿ ਜੀਵਨ ਵਿਅਰਥ ਕਿਵੇਂ ਹੋ ਜਾਂਦਾ ਹੈ। ਕਿਉਂਕਿ ਤਾਂ ਹੋ ਜਾਂਦਾ ਹੈ ਕਿ ਜੋ ਅਸੀਂ ਕਰ ਸਕਦੇ ਸੀ, ਸਾਡੇ ਅੰਦਰ ਸੰਭਾਵਨਾ ਸੀ, ਪਰ ਉਹ ਅਸੀਂ ਨਹੀਂ ਕੀਤਾ। ਜੋ ਸਾਨੂੰ ਕਰਨਾ ਚਾਹੀਦਾ ਸੀ ਉਹ ਕੀਤਾ ਨਹੀਂ, ਜੋ ਨਹੀਂ ਸੀ ਕਰਨਾ ਚਾਹੀਦਾ ਉਹ ਅਸੀਂ ਕੀਤਾ। ਇਸ ਕਰਕੇ ਜੀਵਨ ਬੇਕਾਰ ਹੋ ਗਿਆ। ਅਸੀਂ ਹੀਰੇ ਪਾ ਸਕਦੇ ਸੀ, ਹੀਰੇ ਸਾਂਭ ਸਕਦੇ ਸੀ, ਹੀਰੇ ਸਾਡੇ ਕੋਲ ਸੀ, ਕੌਡੀਆਂ ਵੀ ਸੀ। ਅਸੀਂ ਹੀਰੇ ਸੁੱਟ ਦਿੱਤੇ, ਕੌਡੀਆਂ ਸਾਂਭ ਲਈਆਂ। ਹੀਰੇ ਅਸੀਂ ਸਾਂਭ ਸਕਦੇ ਸੀ, ਅਸੀਂ ਨਹੀਂ ਸਾਂਭੇ। ਕੌਡੀਆਂ ਅਸੀਂ ਸੁੱਟ ਸਕਦੇ ਸੀ, ਅਸੀਂ ਨਹੀਂ ਸੁੱਟੀਆਂ। ਹੀਰੇ ਸੁੱਟ ਦਿੱਤੇ, ਕੌਡੀਆਂ ਸਾਂਭ ਲਈਆਂ, ਤੇ ਬਾਅਦ ਚ ਪਤਾ ਲੱਗਾ ਵੀ ਕੌਡੀਆਂ ਦੀ ਤੇ ਕੋਈ ਵੈਲਿਊ ਨਹੀਂ। ਜਿਹੜੇ ਮੈਂ 5 ਹੀਰਿਆਂ ਦੀ ਸੁੱਟ ਆਇਆ, ਉਹਦੇ ਤੇ ਇੱਕ ਨਿੱਕੇ ਜਿਹੇ ਹੀਰੇ ਦੀ ਕਿਣੀ ਦੇ ਬਰਾਬਰ ਵੀ ਸਾਰੀਆਂ ਕੌਡੀਆਂ ਨੇ ਜਿਹੜੀਆਂ ਮੈਂ 10 ਪੰਡਾ ਚੁੱਕੀ ਫਿਰਨਾ। ਹੁਣ ਹੀਰੇ ਕਿਹੜੇ ਨੇ? ਸਾਨੂੰ ਸਾਹਮਣੇ ਚਾਹੀਦੇ ਨੇ ਨਾ। ਫਿਰ ਹੀਰੇ, ਉਹ ਹੀਰੇ ਕਿਹੜੇ ਨੇ? ਸੱਚਾਈ ਹੈ, ਦਇਆ, ਪ੍ਰੇਮ, ਮੁਹੱਬਤ, ਨਿਰਭੈਤਾ, ਨਿਰਵੈਰਤਾ, ਸਤ ਸੰਤੋਖ, ਉੱਚਾ ਸੁੱਚਾ ਆਚਰਨ, ਪਿਆਰ, ਇਨਸਾਨੀਅਤ। ਇਹ ਹੀਰੇ ਨੇ ਨਾ, ਸਾਡੇ ਕੋਲ ਨੇ। ਅਸੀਂ ਇਹਨਾਂ ਨੂੰ ਸਾਂਭ ਸਕਦੇ ਹਾਂ, ਪਰ ਇਹਨਾਂ ਨੂੰ ਅਸੀਂ ਸੁੱਟ ਰਹੇ ਹਾਂ, ਗਵਾ ਰਹੇ ਹਾਂ। ਇਨਸਾਨੀਅਤ ਨੂੰ ਬੰਦੇ ਨੇ ਗਵਾ ਦਿੱਤਾ ਹੈ। ਸੱਚਾਈ ਨੂੰ ਇਹਨੇ ਆਪਣੇ ਜੀਵਨ ਚੋਂ ਪਾਸੇ ਕਰ ਦਿੱਤਾ ਹੈ। ਨਿਮਰਤਾ ਨੂੰ ਗਵਾ ਬੈਠਾ ਹੈ, ਪਿਆਰ ਨੂੰ ਗਵਾ ਬੈਠਾ ਹੈ। ਤੇ ਨਫ਼ਰਤ, ਹੰਕਾਰ, ਝੂਠ, ਫਰੇਬ, ਇਹ ਕੌਡੀਆਂ ਨੇ। ਇਹਨਾਂ ਨੂੰ ਸੁੱਟ ਦੇਣਾ ਚਾਹੀਦਾ ਸੀ, ਇਹਨਾਂ ਨੂੰ ਬੰਦੇ ਨੇ ਸੁੱਟਿਆ ਨਹੀਂ, ਸਾਂਭੀ ਜਾ ਰਿਹਾ। ਪੰਡਾਂ ਤਰੀਆਂ ਸਿਰ ਤੇ, ਝੂਠ ਦੀਆਂ, ਲੋਭ ਦੀਆਂ, ਲਾਲਚ ਦੀਆਂ, ਗੈਰ ਇਨਸਾਨੀਅਤ ਦੀਆਂ। ਹੁਣੇ ਹੀ ਮੈਂ ਇੱਕ ਨਿੱਕੀ ਜਿਹੀ ਵੀਡੀਓ ਕਿਸੇ ਨੇ ਭੇਜੀ ਹੈ, ਦੇਖ ਰਿਹਾ ਸਾਂ, ਜਿਹਦੇ ਵਿੱਚ ਤਰਬੂਜਾਂ ਵਿੱਚ ਕੈਮੀਕਲ ਲਗਾ ਰਹੇ ਨੇ ਲਾਲ ਕਰਨ ਲਈ। ਮਟਰਾਂ ਦੇ ਦਾਣੇ ਔਰ ਖੀਰੇ, ਉਹਨਾਂ ਨੂੰ ਹਰੇ ਵਿਖਾਉਣ ਵਾਸਤੇ ਉਹਨਾਂ ਨੂੰ ਵਿੱਚ ਕੈਮੀਕਲ ਦੇ ਵਿੱਚ ਪਾਇਆ ਜਾ ਰਿਹਾ ਹੈ। ਆ ਜਿਹੜੇ ਬਤਾਊਂ ਤੇ ਹੋਰ ਫਰੂਟ ਨੇ, ਉਹਨਾਂ ਨੂੰ ਚਮਕੀਲੇ ਵਿਖਾਉਣ ਲਈ ਉੱਤੇ ਸਪਰੇਅ ਕੀਤੀ ਜਾ ਰਹੀ ਹੈ। ਔਰ ਜਿੰਨੇ ਵੀ ਇਹ ਕੈਮੀਕਲ ਨੇ, ਇਹਨਾਂ ਦੇ ਨਾਲ ਕੈਂਸਰ ਆਦਿ ਬਿਮਾਰੀਆਂ ਵੱਧ ਰਹੀਆਂ। ਹੁਣ ਬੰਦਾ ਕਿਉਂ ਕਰ ਰਿਹਾ? ਲਾਲਚ ਕਰਕੇ ਨਾ, 4 ਪੈਸੇ ਵੱਟਣ ਲਈ। 4 ਪੈਸਿਆਂ ਦੇ ਲਾਲਚ ਪਿੱਛੇ ਮਨੁੱਖਤਾ ਦਾ ਏਡਾ ਵੱਡਾ ਨੁਕਸਾਨ ਕਰ ਦੇਣਾ, ਜਨਮ ਬੇਕਾਰ ਗਵਾਉਣ ਵਾਲੀ ਗੱਲ ਹੀ ਹੈ ਨਾ। ਇਹੀ ਕੁਝ ਇਸ ਦੁਨੀਆ ਦੇ ਵਿੱਚ ਹੋ ਰਿਹਾ ਹੈ। ਆਪਣੇ ਜੀਵਨ ਨੂੰ ਬੰਦਾ ਕਿਵੇਂ ਬੇਕਾਰ ਗਵਾ ਰਿਹਾ ਹੈ, ਦੂਜਿਆਂ ਦੇ ਜੀਵਨ ਦੇ ਅੰਦਰ ਕਿਵੇਂ ਰੋਗ ਪੈਦਾ ਕਰ ਰਿਹਾ ਹੈ, ਕੇਵਲ ਔਰ ਕੇਵਲ ਥੋੜੇ ਜਿਹੇ ਲਾਲਚ ਕਰਕੇ। ਸਰਕਾਰਾਂ ਨੂੰ ਚਾਹੀਦਾ ਹੈ ਐਸੇ ਕਾਨੂੰਨ ਬਣਾਉਣੇ ਔਰ ਇਹਨਾਂ ਲੋਕਾਂ ਤੇ ਸਕੰਜਾ ਕੱਸਣਾ ਕਿ ਜੋ ਵੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਕੈਮੀਕਲ ਇਸ ਤਰ੍ਹਾਂ ਮਿਲਾਉਂਦੇ ਨੇ, ਘੱਟ ਤੋਂ ਘੱਟ ਉਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ। ਔਰ ਜਿਹੜੀਆਂ ਐਸੀਆਂ ਫੈਕਟਰੀਆਂ, ਕਾਰਖਾਨੇ, ਜਿੱਥੇ ਵੀ ਕੁਝ ਹੁੰਦਾ ਹੈ, ਉਹ ਸਾਰਾ ਕੁਝ ਲੋਕ ਖਤਮ ਹੋਣਾ ਚਾਹੀਦਾ, ਪਰ ਹੋ ਨਹੀਂ ਨਾ ਰਿਹਾ। ਇਸੇ ਨੂੰ ਕਹਿੰਦੇ ਨੇ ਨਾਮ ਵਿਹੂਣੇ ਮਨਮੁਖੀ, ਜਾਸਨ ਜਨਮ ਗਵਾਏ। ਜੋ ਆਪ ਹੁਦਰੇ ਮਨੁੱਖ ਨੇ, ਉਹ ਆਪਣੇ ਜੀਵਨ ਨੂੰ ਬੇਕਾਰ ਗਵਾ ਕੇ ਚਲੇ ਜਾਣਗੇ। ਕਿੰਨਾ ਚੰਗਾ ਹੁੰਦਾ ਕਿ ਬੰਦੇ ਨੇ ਜ਼ਿੰਦਗੀ ਗੁਜ਼ਾਰਨੀ ਹੈ ਤਾਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ ਨੂੰ ਲੈ ਕੇ ਜ਼ਿੰਦਗੀ ਗੁਜ਼ਾਰਦਾ। ਪਰ ਬੰਦੇ ਨੇ ਇਹਨਾਂ ਗੁਣਾਂ ਨੂੰ ਛੱਡ ਕੇ ਲੋਭ, ਮੋਹ, ਹੰਕਾਰ ਤੇ ਵਿਕਾਰਾਂ, ਪਾਪਾਂ ਦੇ ਅੰਦਰ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਇਹ ਉਹ ਆਪ ਸੁਧਰੇ ਮਨੁੱਖ ਨੇ ਜੋ ਆਪਣੇ ਜੀਵਨ ਨੂੰ ਬੇਕਾਰ ਗਵਾ ਕੇ ਚਲੇ ਜਾਣਗੇ। ਮਹਿਲਾ ਤੀਜਾ, ਸਿੱਧ ਸਾਧਿਕ ਨਾਵੇਂ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ। ਸਿੱਧ ਦਾ ਮਤਲਬ ਜੋ ਯੋਗ ਸਾਧਨਾ ਵਿੱਚ ਉੱਗੇ ਹੋਏ ਯੋਗੀ ਨੇ, ਜਿਨ੍ਹਾਂ ਨੇ ਮਾਸਟਰੀ ਕਰ ਲਈ ਹੈ। ਸਾਧਿਕ ਦਾ ਮਤਲਬ ਜੋ ਸਾਧਨਾ ਵਿੱਚ ਲੱਗੇ ਹੋਏ ਲੋਕ ਨੇ, ਯੋਗ ਸਾਧਨਾ ਜੋ ਕਰ ਰਹੇ ਨੇ, ਸਿੱਖ ਰਹੇ ਨੇ, ਸਾਧਨਾ ਕਰ ਰਹੇ ਨੇ। ਤੇ ਇੱਕ ਉਹ ਨੇ ਜਿਨ੍ਹਾਂ ਦੀ ਸਾਧਨਾ ਪੂਰੀ ਹੋ ਗਈ ਹੈ, ਉਹਨਾਂ ਨੂੰ ਕਹਿੰਦੇ ਨੇ ਸਿੱਧ। ਜਿਵੇਂ ਇੱਕ ਬੰਦਾ ਡਰਾਈਵਿੰਗ ਸਿੱਖ ਰਿਹਾ ਹੈ, ਹਾਲੇ ਲੈਸਨ ਲੈ ਰਿਹਾ ਹੈ, ਤੇ ਦੂਜਾ ਹੈ ਉਸ ਬੰਦੇ ਨੇ ਪਾਸ ਕਰ ਲਿਆ, ਉਹ ਡਰਾਈਵਰ ਬਣ ਗਿਆ ਹੈ ਤੇ ਉਹ ਡਰਾਈਵਿੰਗ ਕਰ ਰਿਹਾ ਹੈ। ਸਾਧਿਕ ਦਾ ਮਤਲਬ ਜੋ ਸਾਧਨਾ ਵਿੱਚ ਲੱਗੇ ਨੇ, ਤੇ ਸਿੱਧ ਦਾ ਮਤਲਬ ਜਿਨ੍ਹਾਂ ਨੇ ਸਾਧਨਾ ਪੂਰੀ ਕਰ ਲਈ ਹੈ। ਇਹ ਸਾਰੇ ਸਿੱਧ ਸਾਧਕ ਨਾਮ ਹੁਕਮ ਨੂੰ ਖੋਜ ਰਹੇ ਨੇ,
ਗਿਆਨ ਨੂੰ ਖੋਜ ਰਹੇ ਨੇ, ਰੱਬ ਨੂੰ ਖੋਜ ਰਹੇ ਨੇ, ਥੱਕ ਰਹੇ ਲਿਵਲਾਏ ਤੇ ਰੱਬ ਨੂੰ ਖੋਜਦੇ ਬਿਰਤੀਆਂ ਜੋੜ ਕੇ, ਧਿਆਨ ਲਾ ਕੇ, ਸਮਾਧੀਆਂ ਲਾ ਕੇ ਥੱਕ ਗਏ ਨੇ, ਪਰ ਲੱਭਿਆ ਨਹੀਂ। ਸਮਾਧੀਆਂ ਲਾ ਕੇ ਥੱਕ ਗਏ, ਰੱਬ ਲੱਭਿਆ ਨਹੀਂ। ਹੁਣ ਲੱਭਦਾ ਤਾਂ ਜੇ ਗਵਾਚਿਆ ਹੁੰਦਾ। ਜਿਹੜਾ ਸਾਹਮਣੇ ਹੈ ਉਹਦੇ ਵਾਸਤੇ ਸਮਾਧੀ ਲਾਉਣ ਦੀ ਕੀ ਲੋੜ ਹੈ? ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਉਹਨੂੰ ਵੇਖਣ ਲਈ ਤਾਂ ਅੱਖਾਂ ਖੋਲਣ ਦੀ ਲੋੜ ਸੀ। ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਵੀਰ ਭੈਣਾਂ ਕਲਾਸ ਵਿੱਚ, ਤਾਂ ਤੁਹਾਨੂੰ ਵੇਖਣ ਵਾਸਤੇ ਹੁਣ ਮੈਨੂੰ ਅੱਖਾਂ ਬੰਦ ਕਰਕੇ ਸਮਾਧੀ ਲਾਉਣ ਦੀ ਲੋੜ ਹੈ ਵੀ ਮੈਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਫਿਰ ਤੁਹਾਡੇ ਦਰਸ਼ਨ ਕਰਾਂ। ਸਗੋਂ ਤੁਸੀਂ ਮੈਨੂੰ ਦਿਸਣੇ ਬੰਦ ਹੋ ਜਾਓ। ਸਮਾਧੀ ਲਾਉਣ ਦੀ ਲੋੜ ਨਹੀਂ, ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਮੈਨੂੰ ਅੱਖਾਂ ਖੋਲਣ ਦੀ ਲੋੜ ਹੈ। ਜਦੋਂ ਮੈਂ ਅੱਖਾਂ ਖੋਲਾਂਗਾ ਮੇਰੇ ਸਾਹਮਣੇ ਤੁਸੀਂ ਬੈਠੇ ਹੋ। ਰੱਬ ਨੂੰ ਵੇਖਣ ਲਈ ਅੱਖਾਂ ਬੰਦ ਕਰਨ ਦੀ ਲੋੜ ਨਹੀਂ, ਰੱਬ ਨੂੰ ਵੇਖਣ ਲਈ ਅੱਖਾਂ ਖੋਲਣ ਦੀ ਲੋੜ ਹੈ। ਜਦੋਂ ਅੱਖਾਂ ਖੋਲੋਗੇ ਤੁਹਾਡੇ ਸਾਹਮਣੇ ਹੈ, ਤੁਹਾਡੇ ਸਾਹਮਣੇ ਹੀ ਉਹ ਹੈ ਹੀ ਸਾਹਮਣੇ। ਅੱਖਾਂ ਬੰਦ ਕੀਤੀਆਂ ਨੇ, ਦਿਸ ਨਹੀਂ ਰਿਹਾ, ਅੱਖਾਂ ਖੋਲਦਿਆਂ ਹੀ ਦਿਸ ਜਾਏਗਾ। ਤੇ ਉਹ ਅੱਖਾਂ ਇਹ ਨਹੀਂ ਹੈ, ਉਹ ਅੱਖਾਂ ਸੋਚਦੀਆਂ ਨੇ। ਆਪਣੀ ਸੋਚ ਨੂੰ ਬਦਲੋਗੇ ਨਾਲ ਦੇ ਨਾਲ ਦਿਸ ਜਾਏਗਾ। ਸੋਚ ਹੀ ਨਾ ਸੌੜੀ। ਤਾਂ ਇਹ ਸਾਰੇ ਸਮਾਧੀਆਂ ਲਾ ਕੇ ਕਰਮ ਕਾਂਡ ਕਰ ਕਰਕੇ ਥੱਕ ਗਏ। ਐਸੇ ਕਰਮ ਕਾਂਡ ਕਰ ਕਰਕੇ ਰੱਬ ਨਾਲ ਮਿਲਾਪ ਥੋੜਾ ਹੋਇਆ। ਐਸੇ ਕਰਮ ਕਾਂਡਾਂ ਦੇ ਨਾਲ ਬੰਦੇ ਦੇ ਅੰਦਰ ਇਨਸਾਨੀਅਤ ਥੋੜੀ ਜਾਗੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਗੁਰਮੁਖ ਦਾ ਮਤਲਬ ਗੁਰੂ ਦੁਆਰਾ, ਮਿਲੇ ਮਿਲਾਏ ਦਾ ਮਤਲਬ ਮਿਲਾਇਆ ਹੋਇਆ ਮਿਲਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਗੁਰੂ ਦੇ ਦੱਸੇ ਰਾਹਾਂ ਤੋਂ ਬਿਨਾ ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਕੋਈ ਰੱਬ ਦੇ ਵਿੱਚ ਲੀਨ ਨਹੀਂ ਹੋਇਆ, ਕਿਸੇ ਨੂੰ ਨਹੀਂ ਲੱਭਿਆ, ਗੁਆਚੇ ਹੀ ਰਿਹਾ ਸਾਰੇ। ਗੁਰੂ ਗਿਆਨ ਤੋਂ ਬਿਨਾ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾਉਣ ਤੋਂ ਬਿਨਾ, ਗੁਰੂ ਦੀ ਸੋਚ ਨੂੰ ਅਪਣਾਉਣ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ। ਗੁਰਮੁਖ ਮਿਲੇ ਮਿਲਾਏ, ਸਤਿਗੁਰ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ ਪ੍ਰਭੂ ਨੂੰ ਮਿਲਦਾ ਹੈ। ਯਾਨੀ ਗੁਰੂ ਦੇ ਜ਼ਰੀਏ, ਗੁਰੂ ਦੇ ਗਿਆਨ ਨੂੰ ਅਪਲਾਈ ਕਰਕੇ ਜ਼ਿੰਦਗੀ ਵਿੱਚ, ਗੁਰੂ ਦੇ ਦਿੱਤੇ ਵੇ ਉਹ ਲਾਈਫ ਨੂੰ ਅਪਣਾ ਕੇ ਬੰਦਾ ਰੱਬ ਵਿੱਚ ਮਿਲ ਜਾਂਦਾ ਹੈ। ਜੇ ਇਹ ਪੰਕਤੀ ਨੂੰ ਸੌਖੇ ਢੰਗ ਦੇ ਨਾਲ ਸਮਝਣਾ ਹੋਵੇ, ਗੁਰਮੁਖ ਮਿਲੇ ਮਿਲਾਏ ਨੂੰ, ਤਾਂ ਇਹਦਾ ਮੀਨਿੰਗ ਇਹ ਹੈ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ ਹੀ ਰੱਬ ਦਾ ਮਿਲਾਪ ਹੈ। ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲੈਣਾ ਹੀ ਰੱਬ ਦਾ ਮਿਲ ਜਾਣਾ ਹੈ। ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਵਿੱਚ ਮਿਲ ਜਾਣਾ ਹੈ। ਦੇਖੋ ਕਿੰਨਾ ਸੌਖਾ, ਔਰ ਐਸਾ ਹਰ ਬੰਦਾ ਕਰ ਸਕਦਾ ਹੈ। ਗੁਰੂ ਦੇ ਦੱਸੇ ਰਾਹ ਤੇ ਹਰ ਬੰਦਾ ਚੱਲ ਸਕਦਾ, ਗੁਰਮਤਿ ਆਸ਼ੇ ਅਨੁਸਾਰ ਹਰ ਬੰਦਾ ਜ਼ਿੰਦਗੀ ਜੀ ਸਕਦਾ, ਪਰ ਗੁਰੂ ਤੋਂ ਬਿਨਾਂ ਨਹੀਂ। ਜੇ ਕੋਈ ਕਹੇ ਕਿ ਇਸ ਗਿਆਨ ਨੂੰ, ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਤੋਂ ਬਿਨਾਂ ਮੈਂ ਐਸੀ ਜ਼ਿੰਦਗੀ ਜੀ ਸਕਾਂ, ਤਾਂ ਉਹ ਇੰਪੋਸੀਬਲ ਹੈ। ਬਿਨ ਨਾਵੇਂ ਪੈਨਣ ਖਾਨ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ। ਤਿਗ ਦਾ ਮਤਲਬ ਲਾਨਤ, ਫਿਟਕਾਰ ਯੋਗ। ਜਿਵੇਂ ਅਸੀਂ ਕਹਿ ਨਹੀਂ ਦਿੰਦੇ ਲਾਨਤ ਹੈ ਉਸ ਬੰਦੇ ਨੂੰ, ਫਿੱਟੇ ਮੂੰਹ ਉਸ ਬੰਦੇ ਦਾ, ਤ੍ਰਿਗ ਹੈ ਉਹਦੀ ਜ਼ਿੰਦਗੀ, ਤਾਂ ਇੱਥੇ ਤ੍ਰਿਗ ਦਾ ਮਤਲਬ ਲਾਨਤ, ਫਿਟਕਾਰ ਯੋਗ। ਬਿਨ ਨਾਵੇਂ, ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾਂ, ਰੱਬੀ ਗੁਣਾਂ ਦੇ ਧਾਰਨੀ ਹੋਣ ਤੋਂ ਬਿਨਾਂ। ਪਹਿਨਣ ਖਾਣ ਸਭ ਬਾਦ ਹੈ, ਬਾਦ ਦਾ ਮਤਲਬ ਵਿਅਰਥ। ਖਾਣਾ ਔਰ ਪਹਿਨਣਾ ਸਭ ਵਿਅਰਥ ਹੈ। ਜੇ ਅੰਦਰ ਰੱਬੀ ਗੁਣ ਨਹੀਂ, ਜੇ ਰੱਬੀ ਰਜਾ ਵਿੱਚ ਬੰਦਾ ਜ਼ਿੰਦਗੀ ਨਹੀਂ ਜੀਂਦਾ, ਤਾਂ ਖਾਣਾ ਔਰ ਪਹਿਨਣਾ ਸਾਰਾ ਵਿਅਰਥ ਹੈ, ਬੇਕਾਰ ਹੈ। ਕੀ ਕਰੇਗਾ ਉਹਦਾ ਖਾਧਾ ਪੀਤਾ? ਜੇ ਕੋਈ ਕਵੇ ਕਿ ਮੈਂ 5 ਸਟਾਰ ਹੋਟਲਾਂ ਵਿੱਚ ਰੋਟੀਆਂ ਖਾਣਾ, ਅਸੀਂ ਜੀ ਰੋਜ਼ ਪੀਜੇ 버ਗਰ ਖਾਂਦੇ ਹਾਂ, ਜਾਂ ਅਸੀਂ ਇਹ ਕੀਮਤੀ ਚੀਜ਼ਾਂ ਖਾਂਦੇ ਹਾਂ, ਤੇ ਬੰਦਾ ਪੁੱਛੇ ਵੀ ਕੰਮ ਕੀ ਕਰਦੇ ਹੋ, ਤੇ ਅਗਲਾ ਕਹਿ ਮਾਰਦੇ ਆ ਠੱਗੀਆਂ, ਲੋਕਾਂ ਦੇ ਹੱਕ ਦਬਾਉਂਦੇ ਆ, ਰਿਸ਼ਵਤਾਂ ਲੈਂਦੇ ਆ, ਡੁਪਲੀਕੇਟ ਦਵਾਈਆਂ ਵੇਚਦੇ ਆ, ਤਾਂ ਲਾਨਤ ਹੀ ਹੈ ਨਾ ਫਿਰ ਐਸੀ ਚੀਜ਼ ਨੂੰ। ਬੇਗਾਨਾ ਹੱਕ ਖਾਣਾ, ਲੋਕਾਂ ਵਿੱਚ ਰੋਗ ਫੈਲਾਣੇ, ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਆਪਣੀ ਰੋਜੀ ਰੋਟੀ ਪੈਦਾ ਕਰਨੀ, ਲਾਨਤ ਹੈ ਐਸੇ ਖਾਣ ਪੀਣ ਨੂੰ। ਲਾਨਤ ਹੈ ਉਹਨਾਂ ਬ੍ਰਾਂਡਡ ਕੱਪੜਿਆਂ ਨੂੰ ਜੋ ਕਿਸੇ ਦਾ ਹੱਕ ਖਾ ਕੇ ਪਾਏ ਗਏ ਨੇ। ਲਾਨਤ ਹੈ ਉਸ ਪੀਜ਼ੇ 버ਗਰ ਨੂੰ ਜਿਸ ਨੇ ਕਿਸੇ ਦੀ ਰੋਟੀ ਮੂੰਹ ਦੀ ਬੁਰਕੀ ਖੂ ਕੇ
ਆਪਣੇ ਮੂੰਹ ਦੇ ਵਿੱਚ ਪਾਈਏ, ਲਾਨਤ ਹੀ ਹੈ ਨਾ। ਕੀ ਕਰਨਾ ਉਹਨਾਂ ਬ੍ਰਾਂਡਡ ਕੱਪੜਿਆਂ ਦਾ, ਕੀ ਕਰਨਾ ਹੈ ਉਹਨਾਂ ਕੀਮਤੀ ਖਾਣਿਆਂ ਦਾ ਜਿੱਥੋਂ ਬੇਗਾਨੇ ਹੱਕ ਦੀ ਬਦਬੂ ਆਉਂਦੀ ਹੋਵੇ, ਜਿੱਥੋਂ ਹੰਕਾਰ ਦੀ ਬਦਬੂ ਆਉਂਦੀ ਹੋਵੇ, ਈਰਖਾ ਦਵੇਸ਼ ਦੀ ਬਦਬੂ ਆਉਂਦੀ ਹੋਵੇ। ਪਰ ਇਹ ਗੱਲਾਂ ਨੂੰ ਉਹ ਬੰਦਾ ਸੁਣੇਗਾ, ਅਪਣਾਏਗਾ ਜਿਸ ਦੇ ਅੰਦਰ ਇਨਸਾਨੀਅਤ ਦੀ ਥੋੜੀ ਜਿਹੀ ਵੀ ਕਣੀ ਹੈ। ਜਿਸ ਦੇ ਅੰਦਰ ਇਨਸਾਨੀਅਤ ਦੀ ਕਣੀ ਨਹੀਂ ਨਾ, ਉਹ ਬੰਦਾ ਤਾਂ ਇਹਨਾਂ ਗੱਲਾਂ ਨੂੰ ਵਿਅਰਥ ਕਰੇਗਾ। ਠੀਕ ਹੈ, ਖਾਣ ਪੀਣ ਚਾਹੀਦਾ ਜਿਵੇਂ ਮਰਜ਼ੀ ਆ ਜਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਿਨਾਂ ਰੱਬੀ ਗੁਣਾ ਤੋਂ ਖਾਣਾ ਪੀਣਾ ਵਿਅਰਥ ਹੈ। ਤਿਗ ਸਿੱਧੀ ਤਿਗ ਕਰਮਾਤ, ਲਾਨਤ ਹੈ ਉਹਨਾਂ ਰਿੱਧੀਆਂ ਔਰ ਸਿੱਧੀਆਂ ਨੂੰ, ਲਾਨਤ ਹੈ ਉਹਨਾਂ ਕਰਾਮਾਤਾਂ ਨੂੰ। ਫਿਟਕਾਰ ਯੋਗ ਨੇ ਉਸ ਰਿੱਧੀਆਂ ਸਿੱਧੀਆਂ ਔਰ ਕਰਾਮਾਤਾਂ, ਜੇ ਰੱਬੀ ਗੁਣਾ ਤੋਂ ਬੰਦਾ ਹੀਨਾ ਹੈ ਤਾਂ। ਦੇਖੋ ਕਿੰਨੀ ਵੱਡੀ ਸਾਡੀ ਸਮੱਸਿਆ ਦਾ ਸੋਲੂਸ਼ਨ ਹੁੰਦਾ ਹੈ। ਫਲਾਂ ਬੰਦੇ ਕੋਲ ਕਰਾਮਾਤ, ਫਲਾਂ ਬੰਦੇ ਦੇ ਕੋਲ ਰਿੱਧੀਆਂ ਸਿੱਧੀਆਂ ਅਸੀਂ ਕਹਿੰਦੇ ਹਾਂ, ਤੇ ਗੁਰੂ ਜੀ ਉਹਨਾਂ ਨੂੰ ਲਾਨਤਾਂ ਪਾ ਰਹੇ ਨੇ। ਤਿਗ ਸਿੱਧੀ ਤਿਗ ਕਰਮਾਤ, ਲਾਨਤ ਹੈ ਐਸੀਆਂ ਰਿੱਧੀਆਂ ਸਿੱਧੀਆਂ ਨੂੰ ਜੇਕਰ ਬੰਦੇ ਦੀ ਜ਼ਿੰਦਗੀ ਦੇ ਅੰਦਰ ਗੁਣ ਨਹੀਂ, ਰੱਬੀ ਰਜ਼ਾ ਦੇ ਅੰਦਰ ਨਹੀਂ ਤੁਰਦਾ। ਗੁਰੂ ਦੀ ਲਾਨਤਾਂ ਪਾ ਰਹੇ ਨੇ। ਤਾਂ ਇਸ ਲਈ ਰਿੱਧੀਆਂ ਸਿੱਧੀਆਂ ਨਾਲੋਂ ਮਹਾਨ ਕੌਣ ਹੈ? ਬੰਦਾ ਜਿਸ ਦੀ ਜ਼ਿੰਦਗੀ ਵਿੱਚ ਗੁਣ ਹੈ, ਜਿਸ ਦੀ ਜ਼ਿੰਦਗੀ ਵਿੱਚ ਇਨਸਾਨੀਅਤ ਹੈ, ਜੋ ਰੱਬੀ ਰਜ਼ਾ ਮੁਤਾਬਕ ਤੁਰਦਾ ਹੈ। ਉਹਦੇ ਵਾਸਤੇ ਤੇ ਲਾਨਤ ਵਾਲੀਆਂ ਚੀਜ਼ਾਂ ਨੇ, ਰਿੱਧੀਆਂ ਸਿੱਧੀਆਂ ਦਾ ਕਦੇ ਨਾਮ ਨਹੀਂ ਲਏਗਾ। ਰਿੱਧੀਆਂ ਸਿੱਧੀਆਂ ਨੂੰ ਮੰਨਣਾ ਤਾਂ ਦੂਰ ਦੀ ਗੱਲ, ਰਿੱਧੀਆਂ ਸਿੱਧੀਆਂ ਬਾਰੇ ਕਦੇ ਸੋਚੇਗਾ ਵੀ ਨਹੀਂ ਉਹ ਬੰਦਾ ਜਿਸ ਦੀ ਜ਼ਿੰਦਗੀ ਅੰਦਰ ਸੱਚਾਈ ਹੈ, ਜਿਸ ਦੀ ਜ਼ਿੰਦਗੀ ਦੇ ਅੰਦਰ ਰੱਬੀ ਗੁਣ ਨੇ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਅਚਿੰਤ ਦਾ ਮਤਲਬ ਚਿੰਤਾ ਤੋਂ ਰਹਿਤ ਰੱਬ, ਉਹੀ ਸਿੱਧੀ ਹੈ ਤੇ ਇਹੀ ਕਰਾਮਾਤ ਹੈ। ਚਿੰਤਾ ਤੋਂ ਰਹਿਤ ਹਰੀ, ਜਿਸ ਨੂੰ ਗੁਣਾ ਦੀ ਦਾਤ ਬਖਸ਼ ਦਵੇ, ਇਹੀ ਸਿੱਧੀ ਹੈ, ਇਹੀ ਕਰਾਮਾਤ। ਗੁਰਮਤ ਦੀ ਸਿੱਧੀ ਔਰ ਕਰਾਮਾਤ ਕਿਹੜੀ ਹੈ? ਰੱਬੀ ਗੁਣਾ ਦਾ ਮਿਲਾਪ। ਅਚਿੰਤ ਪ੍ਰਭੂ ਜੋ ਚਿੰਤਾ ਤੋਂ ਰਹਿਤ ਹੈ, ਰੱਬ ਅਚਿੰਤਾ ਤੋਂ ਰਹਿਤ ਪ੍ਰਭੂ ਜਿਸ ਨੂੰ ਗੁਣਾ ਦੀ ਦਾਤ ਦੇ ਦੇਵੇ, ਇਹੀ ਸਿੱਧੀ ਹੈ, ਇਹੀ ਕਰਾਮਾਤ। ਜਿਸ ਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨੇ, ਮਨ ਬਚਨ ਕਰਮ ਕਰਕੇ। ਰਿੱਧੀਆਂ ਸਿੱਧੀਆਂ ਵਾਲੇ ਲੋਕ ਉਹਦਾ ਕੀ ਮੁਕਾਬਲਾ ਕਰਨਗੇ? ਕੌਣ ਉਹਨਾਂ ਦਾ ਮੁਕਾਬਲਾ ਕਰ ਲਵੇਗਾ? ਕਿਹੜੀਆਂ ਰਿੱਧੀਆਂ ਸਿੱਧੀਆਂ ਵਾਲੇ ਅੱਜ ਦੇ ਜਿੰਨੇ ਵੀ ਸਾਰੇ ਬਾਬੇ ਨੇ, ਭਗਤ ਪੂਰਨ ਸਿੰਘ ਦੇ ਪੈਰ ਵਰਗੇ ਵੀ ਨੇ। ਜਿਹੜੇ ਬੰਦਿਆਂ ਦੇ ਅੰਦਰ ਗੁਣ ਨੇ, ਸੱਚਾਈ, ਦਇਆ ਹੈ, ਪ੍ਰੇਮ ਹੈ, ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਕੀ ਕਰਨਗੇ? ਭਾਈ ਮਤੀ ਦਾਸ ਦਾ ਮੁਕਾਬਲਾ ਕਿਹੜਾ ਰਿੱਧੀਆਂ ਸਿੱਧੀਆਂ ਵਾਲਾ ਕਰ ਲਏਗਾ? ਬਾਬਾ ਬੰਦਾ ਬਹਾਦਰ ਦਾ ਮੁਕਾਬਲਾ ਕੌਣ ਕਰ ਲਏਗਾ? ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਆਪਣੇ ਗਲਿਆਂ ਵਿੱਚ ਪਵਾ ਕੇ ਹਿਊਮਨ ਰਾਈਟਸ ਵਾਸਤੇ ਲੜਨ ਵਾਲੀਆਂ ਬੀਬੀਆਂ ਦਾ ਮੁਕਾਬਲਾ ਕਿਹੜਾ ਰਿੱਧੀਆਂ ਸਿੱਧੀਆਂ ਵਾਲਾ ਬਾਬਾ ਕਰ ਲਏਗਾ? ਉਹਨਾਂ ਦੇ ਮੁਕਾਬਲੇ ਹੈ ਕੋਈ? ਤਾਂ ਗੁਰੂ ਜੀ ਕਹਿੰਦੇ ਨੇ, ਇਹੀ ਕਰਾਮਾਤ ਹੈ, ਇਹੀ ਸਿੱਧੀ ਹੈ ਜਿਸ ਨੂੰ ਰੱਬ ਗੁਣਾ ਦੀ ਦਾਤ ਦੇਵੇ। ਇਸ ਤੋਂ ਵੱਡੀ ਕੋਈ ਸਿੱਧੀ ਕਰਾਮਾਤ ਨਹੀਂ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਹੁਣ ਇਹ ਚੀਜ਼ ਨੂੰ ਧਿਆਨ ਦੇ ਨਾਲ ਸਮਝ ਲੈਣਾ, ਔਰ ਇਹ ਪੰਕਤੀ ਨੂੰ ਸਾਰੇ ਵੀਰ ਭੈਣਾਂ ਜ਼ਬਾਨੀ ਯਾਦ ਕਰ ਲਓ ਤਾਂ ਹੋਰ ਵਧੀਆ ਰਹੇ ਕਿ ਗੁਰਮਤ ਦੇ ਅੰਦਰ ਸਿੱਧੀ ਔਰ ਕਰਾਮਾਤ ਕਿਹਨੂੰ ਮੰਨਿਆ ਜਾ ਰਿਹਾ ਹੈ। ਗੁਰੂ ਜੀ ਸਿੱਧੀ ਔਰ ਕਰਾਮਾਤ ਕਿਹਨੂੰ ਮੰਨ ਰਹੇ ਨੇ? ਬਾਕੀ ਲੋਕ ਕਿਹਨਾਂ ਨੂੰ ਮੰਨ ਰਹੇ ਨੇ ਕਿ ਫਲਾਂ ਬੰਦਾ ਹਵਾ ਵਿੱਚ ਉੱਡ ਗਿਆ, ਫਲਾਣਾ ਸਾਡਾ ਬਾਬਾ ਸੀ ਜੀ, ਉਹ ਨਾਮ ਜਪਦਾ ਜਪਦਾ ਛੱਤ ਨੂੰ ਜਾ ਕੇ ਲੱਗ ਜਾਂਦਾ ਸੀ ਸਿਰੋਂ ਦਾ। ਤੇ ਬੰਦਾ ਪੁੱਛੇ ਵੀ ਇਹਦੇ ਵਿੱਚ ਸਮਾਜ ਨੂੰ ਕੀ ਫਾਇਦਾ ਹੋਇਆਗਾ? ਲੱਗ ਜਾਂਦਾ ਹੋਵੇਗਾ, ਕੋਈ ਪ੍ਰੋਬਲਮ ਨਹੀਂ। ਹਵਾਈ ਜਹਾਜ਼ ਉਹਦੇ ਨਾਲੋਂ ਉੱਚੇ ਉੱਡੇ ਫਿਰਦੇ ਨੇ, ਉੱਤੇ ਕੱਲਾ ਲੱਗਦਾ, ਤੇ ਹਵਾਈ ਜਹਾਜ਼ ਵਾਲੇ ਤੇ 500 ਸਵਾਰੀਆਂ ਲੈ ਕੇ ਉੱਡ ਰਹੇ ਨੇ। ਇੱਲਾਂ ਕਿੰਨੀ ਕਿੰਨੀ ਉੱਚੀ ਉੱਡਦੀਆਂ। ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਨਾਨਕ ਗੁਰਮੁਖ ਹਰ ਨਾਮ ਮਨ ਵਸੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਹਰ ਨਾਮ ਦਾ ਮਤਲਬ ਰੱਬੀ ਸਿਫਤ ਸਲਾਹ, ਰੱਬੀ ਗੁਣ। ਮਨ ਵਸੈ ਦਾ ਮਤਲਬ ਮਨ ਦੇ ਅੰਦਰ ਵਸ ਜਾਏ, ਸੋਚ ਦੇ ਅੰਦਰ ਵਸ ਜਾਣ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਜੇ ਰੱਬੀ ਗੁਣ, ਰੱਬੀ ਹੁਕਮ ਸਾਡੀ ਸੋਚ ਦੇ ਅੰਦਰ ਵਸ ਜਾਏ, ਇਹਾ ਸਿੱਧ ਇਹਾ ਕਰਮਾਤ। ਇਹੀ ਹੈ ਸਿੱਧੀ ਔਰ ਇਹੀ ਹੈ ਕਰਾਮਾਤ, ਹੋਰ ਕੋਈ ਕਰਾਮਾਤ ਨਹੀਂ ਹੈ। ਔਰ ਇਹ ਕਰਾਮਾਤ ਤੁਸੀਂ ਸਾਰੇ ਕਰ ਸਕਦੇ ਹੋ, ਇਹ ਸਿੱਧੀ ਸਾਰੇ ਹਾਸਲ ਕਰ ਸਕਦੇ ਹੋ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਕੌਣ ਨਹੀਂ ਜਾ ਸਕਦਾ?
ਕੋਈ ਵੀਰ ਭੈਣ ਕਹੇਗਾ ਕਿ ਮੈਂ ਨਹੀਂ ਜਾ ਸਕਦਾ? ਸਾਰੇ ਜਾ ਸਕਦੇ ਹਾਂ। ਹਾਂ, ਮੈਂ ਨਹੀਂ ਜਾਣਾ ਚਾਹੁੰਦਾ, ਇਹ ਵੱਖਰਾ ਟੌਪਿਕ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਨਹੀਂ ਜਾ ਸਕਦੇ, ਅਸੀਂ ਐਸੀ ਜ਼ਿੰਦਗੀ ਨਹੀਂ ਜੀ ਸਕਦੇ, ਅਸੀਂ ਇਹ ਨਹੀਂ ਕਹਿ ਸਕਦੇ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਇਹੋ ਜਿਹੀ ਜ਼ਿੰਦਗੀ ਜੀਣਾ ਨਹੀਂ ਚਾਹੁੰਦੇ, ਮੈਂ ਇਹੋ ਜਿਹੀ ਜ਼ਿੰਦਗੀ ਨਹੀਂ ਜੀਣੀ, ਮੈਂ ਗੁਣਾਂ ਦੇ ਧਾਰਨੀ ਨਹੀਂ ਹੋਣਾ, ਮੈਂ ਮਨੁੱਖਤਾ ਨਾਲ ਪਿਆਰ ਨਹੀਂ ਕਰਨਾ, ਇਹ ਅਸੀਂ ਸਾਰੇ ਕਹਿ ਸਕਦੇ ਹਾਂ। ਪਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਕਰ ਨਹੀਂ ਸਕਦੇ, ਕਰ ਤੇ ਅਸੀਂ ਸਾਰੇ ਸਕਦੇ। ਔਰ ਇਹ ਵੀ ਨਹੀਂ ਕਹਿ ਸਕਦੇ ਸਾਨੂੰ ਵੀ ਇਹਨਾਂ ਗੱਲਾਂ ਦਾ ਪਤਾ ਨਹੀਂ, ਪਤਾ ਵੀ ਸਾਰਿਆਂ ਨੂੰ। ਸੱਚ ਬੋਲਣਾ ਚਾਹੀਦਾ ਕਿ ਨਹੀਂ? ਸਿਰ ਹਿਲਾ ਕੇ ਦੱਸੋ ਵੀ ਹਾਂ ਜਾਂ ਨਾ, ਸੱਚ ਬੋਲਣਾ ਚਾਹੀਦਾ ਕਿ ਨਹੀਂ? ਅੰਮ੍ਰਿਤ ਛਕਣਾ ਚਾਹੀਦਾ ਕਿ ਨਹੀਂ? ਪਤਾ ਹੈ ਨਾ ਸਾਰਿਆਂ ਨੂੰ, ਸਾਨੂੰ ਵੀ ਪਤਾ ਹੈ, ਬਾਕੀਆਂ ਨੂੰ ਵੀ ਸਾਰਿਆਂ ਨੂੰ ਪਤਾ ਹੈ, ਪਰ ਅਸੀਂ ਕਰ ਨਹੀਂ ਰਹੇ। ਕਰਾਮਾਤ ਤੁਹਾਡੇ ਹੱਥ ਵਿੱਚ ਹੈ, ਸਫਲਤਾ ਤੁਹਾਡੇ ਹੱਥ ਵਿੱਚ ਹੈ, ਤੁਸੀਂ ਕਰ ਸਕਦੇ ਹੋ। ਔਰ ਇਹੋ ਹੀ ਕਰਾਮਾਤ ਹੈ, ਇਹੀ ਸਿੱਧ, ਤੁਸੀਂ ਸਾਰੇ ਕਰਾਮਾਤੀ ਹੋ ਸਕਦੇ ਹੋ, ਸਾਰੇ ਸਫਲ ਹੋ ਸਕਦੇ ਹੋ। ਗੁਰੂ ਦੀ ਦਰ ਸਾਰਿਆਂ ਵਾਸਤੇ ਖੁੱਲਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਗੁਰੂ ਦਾ ਇਹ ਸੁਭਾਅ ਹੈ, ਜਿਹੜਾ ਵੀ ਗੁਰੂ ਚਰਨਾਂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਹੈ। ਤਾਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ ਔਰ ਗੁਰੂ ਗਿਆਨ ਦੇ ਧਾਰਨੀ ਹੋ ਕੇ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਣਾ ਹੀ ਸਿੱਧੀ ਹੈ ਔਰ ਕਰਾਮਾਤ ਹੈ, ਬਾਕੀ ਕੋਈ ਸਿੱਧੀਆਂ ਕਰਾਮਾਤਾਂ ਨਹੀਂ। ਤਾਂ ਸਾਡੀ ਜੋ ਸਿੱਧੀਆਂ ਔਰ ਕਰਾਮਾਤਾਂ ਵਾਲੀ ਪ੍ਰੋਬਲਮ ਹੈ ਨਾ, ਕਿ ਉਹ ਹੈ ਨੇ ਜਾਂ ਨਹੀਂ, ਉਹ ਵੀ ਇੱਥੇ ਸੋਲਵ ਹੁੰਦੀ ਹੈ। ਗੱਲ ਸਾਡੇ ਵਿਸ਼ਵਾਸ ਦੀ, ਕਿਸੇ ਵਿਸ਼ਵਾਸ ਕੈਸਾ ਬਣਾਵਾਂਗੇ ਉਹਦੇ ਤੇ ਡਿਪੈਂਡ ਕਰੇਗਾ। ਪੌੜੀ, ਹਮ ਢਾਢੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਛੰਤਾ। ਅਸੀਂ ਪ੍ਰਭੂ ਖਸਮ ਦੇ ਢਾਡੀ ਹਾਂ ਤੇ ਸਦਾ ਉਸ ਪ੍ਰਭੂ ਦੇ ਗੀਤ ਗਾਉਂਦੇ ਹਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਪ੍ਰਭੂ ਦੇ ਢਾਡੀ ਹਾਂ। ਢਾਡੀ ਦਾ ਮਤਲਬ ਸਿਫਤ ਸਲਾਹ ਕਰਨ ਵਾਲੇ, ਤੇ ਸਦਾ ਹੀ ਉਸ ਪ੍ਰਭੂ ਦੇ ਗੀਤ ਗਾਉਂਦੇ ਹਾਂ। ਤਾਂ ਸਾਨੂੰ ਵੀ ਸਾਰਿਆਂ ਨੂੰ ਪ੍ਰਭੂ ਦੇ ਗੁਣ ਗਾਣੇ ਚਾਹੀਦੇ ਨੇ। ਗੁਣ ਗਾਣ ਦਾ ਮਤਲਬ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਹਰ ਕੀਰਤਨ ਕਰੇ ਹਰ ਜਸ ਸੁਣੇ ਕਿਸ ਕਵਲਾ ਕੰਤਾ। ਕਵਲਾ ਦਾ ਮਤਲਬ ਮਾਇਆ, ਲక్ష్ਮੀ। ਕੰਤ ਦਾ ਮਤਲਬ ਖਸਮ। ਕਵਲਾ ਕੰਤ ਦਾ ਮਤਲਬ ਮਾਇਆ ਦਾ ਪਤੀ, ਯਾਨੀ ਰੱਬ, ਪ੍ਰਭੂ ਆਪ। ਹਰ ਕੀਰਤਨ ਕਰੇ, ਅਸੀਂ ਉਸ ਪ੍ਰਭੂ ਦਾ ਸਿਫਤ ਸਲਾਹ ਕਰਦੇ ਹਾਂ। ਹਰ ਜਸ ਸੁਣੇ, ਅਸੀਂ ਉਹਦਾ ਹਰੀ ਦਾ ਜਸ ਸੁਣਦੇ ਹਾਂ। ਜਿਹਨੂੰ ਪਹਿਲੇ ਸ਼ਬਦ ਵਿੱਚ ਕੀਰਤਨ ਕਹਿ ਰਹੇ ਨੇ, ਉਹਨੂੰ ਅਗਲੇ ਸ਼ਬਦ ਵਿੱਚ ਜਸ ਕਹਿ ਰਹੇ ਨੇ। ਕੀਰਤਨ, ਸਿਫਤ ਸਲਾਹ, ਨਾਮ ਜਪਣਾ, ਇਹ ਸਾਰਿਆਂ ਦਾ ਭਾਵ ਹੈ ਸਿਫਤ ਸਲਾਹ, ਯਾਨੀ ਰੱਬੀ ਗੁਣਾਂ ਦੇ ਧਾਰਨੀ। ਹਰ ਕੀਰਤਨ ਕਰੇ, ਅਸੀਂ ਪ੍ਰਭੂ ਦਾ ਕੀਰਤਨ ਕਰਦੇ ਹਾਂ, ਉਹਦੀ ਸਿਫਤ ਸਲਾਹ ਕਰਦੇ ਹਾਂ। ਹਰ ਜਸ ਸੁਣੇ, ਅਸੀਂ ਪ੍ਰਭੂ ਦਾ ਜਸ ਸੁਣਦੇ ਹਾਂ। ਇਸ ਕਵਲਾ ਕੰਤਾ ਦਾ ਮਤਲਬ ਸਮਾਇਆ ਦੇ ਪਤੀ ਪ੍ਰਭੂ ਦਾ, ਯਾਨੀ ਅਸੀਂ ਪ੍ਰਭੂ ਦੀ ਸਿਫਤ ਸਲਾਹ ਸੁਣਦੇ ਹਾਂ ਔਰ ਕਰਦੇ ਹਾਂ, ਯਾਨੀ ਸਾਨੂੰ ਸੁਣਨੀ ਔਰ ਕਰਨੀ ਚਾਹੀਦੀ ਹੈ। ਹਰ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ। ਜਨਤਾ ਦਾ ਮਤਲਬ ਜੀਵ ਜੰਤ। ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਸਾਰੇ ਮੰਗਤੇ ਨੇ, ਯਾਨੀ ਦਾਤਾਂ ਦੇਣ ਵਾਲਾ ਇੱਕੋ ਹੀ ਹੈ ਔਰ ਸਾਰੇ ਜਗਤ ਦੇ ਜੀਵ ਜੰਤ ਉਹਦੇ ਤੋਂ ਦਾਤਾਂ ਲੈਣ ਵਾਲੇ ਨੇ। ਇਹ ਚੀਜ਼ ਹੁਣ ਸਮਝ ਲੈਣਾ। ਰੱਬ ਨੇ ਦਾਤਾਂ ਦਿੱਤੀਆਂ ਨੇ, ਦੇ ਰਿਹਾ ਹੈ, ਔਰ ਜੋ ਕੁਛ ਉਹਨੇ ਦੇਣਾ ਇੱਕੋ ਵਾਰੀ ਦੇ ਦਿੱਤਾ, ਉਹਨੂੰ ਰੋਜ਼-ਰੋਜ਼ ਦੇਣ ਦੀ ਲੋੜ ਨਹੀਂ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਛ ਪਾਣਾ ਉਹਨੇ ਇੱਕੋ ਵਾਰੀ ਪਾ ਦਿੱਤਾ ਹੈ, ਜਗਤ ਬਣਾ ਦਿੱਤਾ। ਇੱਥੇ ਅਨੰਤ ਦਾਤਾਂ ਨੇ ਜੋ ਆਪਾਂ ਰੋਜ਼ ਗਿਣਦੇ ਹਾਂ। ਜੇ ਕੇਵਲ ਇਸ ਧਰਤੀ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲੀਅਮ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦਾ ਫਲ ਫੁੱਲ, ਵਨਸਪਤੀ, ਨਦੀਆਂ, ਨਾਲੇ, ਝੀਲਾਂ, ਦਰਿਆ ਔਰ ਕਿੰਨੀਆਂ ਹੋਰ ਅਨੰਤ ਦਾਤਾਂ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਸੋਚਣ ਦੀ ਸ਼ਕਤੀ, ਕਿੰਨਾ ਕੁਛ ਪ੍ਰਭੂ ਨੇ ਦੇ ਦਿੱਤਾ ਹੈ ਨਾ। ਤੇ ਇਥੋਂ ਉਦਮ ਕਰਕੇ ਜਿੰਨਾ ਮਰਜ਼ੀ ਤੁਸੀਂ ਲਈ ਜਾਓ, ਜਿੰਨਾ ਮਰਜ਼ੀ ਕਮਾਈ ਜਾਓ, ਜਿੰਨਾ ਮਰਜ਼ੀ ਖਾਈ ਜਾਓ, ਕੋਈ ਮੁੱਕਦਾ ਕੁਛ ਹੈ? ਤਾਂ ਪ੍ਰਭੂ ਦਾਤਾ ਇੱਕੋ ਹੀ ਹੈ। ਇਹ ਵਿਸ਼ਵਾਸ 'ਚ ਬਣ ਜਾਏ ਨਾ ਬੰਦੇ ਦਾ, ਤਾਂ ਜੋ ਵੀ ਧਰਮ ਦੇ ਨਾਮ ਤੇ ਲੁੱਟ ਖਸੁੱਟ ਹੁੰਦੀ ਹੈ ਉਹ ਅੱਜ ਬੰਦ ਹੋ ਸਕਦੀ ਹੈ, ਜੇ ਸਾਡਾ ਵਿਸ਼ਵਾਸ ਬਾਣੀ ਤੇ ਬਣ ਜਾਏ ਕਿ ਦਾਤਾ ਇੱਕੋ ਹੀ ਹੈ ਔਰ ਸਾਰਿਆਂ ਨੂੰ ਬਰਾਬਰ ਦੇ ਰਿਹਾ ਔਰ ਉਹਨੇ ਇੱਕੋ ਵਾਰੀ ਸਾਰਾ ਕੁਝ ਦੇ ਦਿੱਤਾ ਹੈ।
ਤਾਂ ਫਿਰ ਜਿੰਨੇ ਵੀ ਆ ਬਾਬੇ ਪੁੱਤਰਾਂ ਦੇ ਦਾਨੀ ਬਣੇ ਫਿਰਦੇ ਨੇ ਤੇ ਮੁਕਦਮੇ ਜਿਤਾਉਣ ਵਾਲੇ ਤੇ ਜੋਤਸ਼ੀ ਔਰ ਵਿਜੇ ਲਵਾਉਣ ਵਾਲੇ ਤੇ ਆ ਬਿਮਾਰੀਆਂ ਹਟਾਉਣ ਵਾਲੇ ਮੰਤਰਾਂ ਜੰਤਰਾਂ ਦੇ ਨਾਲ ਸਾਰੇ ਫਿਰ ਦਿਹਾੜੀਆਂ ਕਰਨ ਲੱਗੇ ਹੋਣਗੇ। ਜੇ ਬਾਬਿਆਂ ਦੇ ਡੇਰਿਆਂ ਤੇ ਬੀਬੀਆਂ ਜਾਣਾ ਛੱਡ ਦੇਣ ਨਾ, ਅੱਧੇ ਤੋਂ ਜ਼ਿਆਦਾ ਬਾਬੇ ਵਿਚਾਰੇ ਪਰਸੋਂ ਤੋਂ ਦਿਹਾੜੀਆਂ ਕਰਨੀਆਂ ਸ਼ੁਰੂ ਕਰ ਦੇਣ ਮੇਰੇ ਵਰਗੇ। ਕਹਿਣ ਤੋਂ ਭਾਵ ਜੇ ਸਾਡਾ ਇਹ ਵਿਸ਼ਵਾਸ ਬਣ ਜਾਏ ਤਾਂ ਫਿਰ ਧਰਮ ਦੇ ਨਾਮ ਤੇ ਉੱਤੇ ਜੋ ਇਮੋਸ਼ਨਲ ਬਲੈਕਮੇਲਿੰਗ ਹੁੰਦੀ ਹੈ, ਠੱਗੀਆਂ ਮਾਰੀਦੀਆਂ ਨੇ, ਉਹ ਨਹੀਂ ਰਹਿਣਗੀਆਂ, ਫਿਰ ਉਹ ਨਹੀਂ ਵੱਜਣਗੀਆਂ। ਹਰ ਹੋ ਦੇਵ ਹੋ ਦਾਨ ਦਇਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਇਹਨੂੰ ਕਿਰਮ ਨਹੀਂ ਪੜਨਾ, ਕ੍ਰਿਮ ਪੜਨਾ ਹੈ। ਕੱਕੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਅਰਥ ਇਹਦਾ ਕਿਰਮ ਹੀ ਹੈ, ਲੇਕਿਨ ਪੜਨਾ ਹੈ ਕ੍ਰਿਮ। ਪੱਥਰਾਂ ਵਿਚਲੇ ਕੀੜਿਆਂ ਨੂੰ ਵੀ ਦਿਆਲ ਹੋ ਕੇ ਹਰੀ ਤੂੰ ਦਾਨ ਦਿੰਦਾ ਹੈ। ਹੇ ਪ੍ਰਭੂ, ਤੂੰ ਪੱਥਰਾਂ ਦੇ ਅੰਦਰ ਜਿਹੜੇ ਜੀਵ ਜੰਤ ਨੇ ਉਹਨਾਂ ਨੂੰ ਵੀ ਦਾਨ ਦੇ ਰਿਹਾ ਹੈ। ਹੁਣ ਪੱਥਰਾਂ ਵਿੱਚ ਕੀੜੇ ਨੇ ਨਾ, ਉਹ ਕਿਹੜੇ ਜੋਤਸ਼ੀ ਕੋਲ ਜਾਂਦੇ ਨੇ ਵੀ ਸਾਡੇ ਉੱਤੇ ਸ਼ਨੀ ਗ੍ਰਹਿ ਹੈ, ਸਾਡਾ ਸ਼ਨੀ ਗ੍ਰਹਿ ਟਾਲ। ਉਹ ਕਿਹੜੇ ਬਾਬੇ ਕੋਲ ਜਾਂਦੇ ਨੇ ਵੀ ਸਾਨੂੰ ਖਾਣ ਵਾਸਤੇ ਦੇ, ਉਹਨਾਂ ਨੂੰ ਦਾਤ ਮਿਲ ਰਹੀ ਹੈ। ਪਿੱਛੇ ਜੇ ਖਬਰ ਅਨੁਸਾਰ ਹੀਰੇ ਦੇ ਵਿੱਚ ਇੱਕ ਬੈਕਟੀਰੀਆ ਮਿਲਿਆ, ਜਿੱਥੇ ਹੀਰੇ ਦੇ ਅੰਦਰ ਕੋਈ ਪਾਣੀ ਨਹੀਂ ਜਾ ਸਕਦਾ, ਆਕਸੀਜਨ ਨਹੀਂ, ਲੇਕਿਨ ਉੱਥੇ ਬੈਕਟੀਰੀਆ ਜ਼ਿੰਦਾ ਹੈ। ਤਾਂ ਉਹਦੇ ਜੀਨ ਦਾ ਸਿਸਟਮ ਹੈ ਨਾ ਕੁਦਰਤ ਵਿੱਚ, ਉਹ ਕਿਵੇਂ ਜੀ ਰਿਹਾ ਹੈ। ਤਾਂ ਪੱਥਰਾਂ ਦੇ ਅੰਦਰ ਕੀੜਿਆਂ ਨੂੰ, ਪਾਣੀ ਦੇ ਅੰਦਰ ਜੀਵ ਜਨਤਾ ਨੂੰ ਪ੍ਰਭੂ ਦਾਤਾਂ ਦੇ ਹੀ ਜਾ ਰਿਹਾ ਹੈ। ਉਹਨਾਂ ਦਾ ਸਿਸਟਮ ਬਣਿਆ ਹੈ। ਇਹ ਰਜਾ ਦੇ ਅੰਦਰ ਸਾਰਿਆਂ ਨੂੰ ਮਿਲ ਹੀ ਜਾ ਰਿਹਾ ਨਾ, ਰਜਾ ਤੋਂ ਬਾਹਰ ਕੁਛ ਨਹੀਂ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਤਨਵੰਤਾ। ਨਾਮ ਦਾ ਮਤਲਬ ਹੁਕਮ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ, ਗੁਰਮੁਖ ਦਾ ਮਤਲਬ ਗੁਰੂ ਦੇ ਸ਼ਰਨੀ ਪੈਣਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ। ਜਿਨ੍ਹਾਂ ਨੇ ਸਤਿਗੁਰ ਦੇ ਸਨਮੁਖ ਹੋ ਕੇ ਰੱਬੀ ਹੁਕਮ ਨੂੰ ਆਪਣੇ ਧਿਆਨ ਵਿੱਚ ਰੱਖਿਆ, ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਵੀ। ਧਨਵੰਤਾ ਦਾ ਮਤਲਬ ਉਹ ਅਸਲੀ ਧਨਵਾਨ ਨੇ, ਉਹ ਅਸਲੀ ਅਮੀਰ ਨੇ, ਉਹ ਧਨਵੰਤ ਨੇ, ਉਹ ਕੁਲਵੰਤ ਨੇ, ਉਹ ਪਤਵੰਤ ਨੇ, ਉਹ ਮਹਾਨ ਨੇ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਭੂ ਦੇ ਹੁਕਮ ਨੂੰ ਆਪਣੇ ਚਿੱਤ ਦੇ ਅੰਦਰ ਵਸਾਇਆ ਹੈ। ਉਹ ਇਨਸਾਨ ਅਸਲੀ ਧਨਵਾਨ ਨੇ, ਔਰ ਉਹੀ ਇਨਸਾਨ ਜੋ ਨੇ ਅਸਲੀ ਮਹਾਨ ਨੇ। ਤਾਂ ਇਸ ਦੁਨੀਆ ਦਾ ਹਰ ਇਨਸਾਨ ਮਹਾਨ ਹੋ ਸਕਦਾ ਹੈ, ਵੱਡਾ ਹੋ ਸਕਦਾ ਹੈ, ਔਰ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕਦਾ ਹੈ, ਜੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੇ, ਵਿਚਾਰੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੇ। ਤਾਂ ਹਰ ਇਨਸਾਨ ਐਸੀ ਜ਼ਿੰਦਗੀ